ਜ਼ਿੰਦਗੀ ਨੂੰ ਇੱਕ ਮੌਕਾ ਮਿਲਿਆ ਜਿਉਣ ਦਾ, ਬਸ ਇਹਨੂੰ ਜਿਉਵੋ, ਹੋਰ ਕੁਛ ਨਹੀਂ, ਬਸ ਇਹਨੂੰ ਜਿਉਵੋ, ਭਰਪੂਰਤਾ ਨਾਲ ਜਿਉਵੋ, ਬਿਨਾਂ ਕਿਸੇ ਦੀ ਪਰਵਾਹ ਕੀਤੇ ਤੋਂ। ਇੱਕ ਮੌਕਾ ਬਖਸ਼ ਦਿੱਤਾ ਪਰਵਰਦਿਗਾਰ ਨੇ, ਹਲੇ ਲੱਭਣਾ ਸੀ ਆਪਣੇ ਅੰਦਰੋਂ ਉਸ ਪਰਵਰਦਿਗਾਰ ਦੇ ਹਾਨ ਦਾ। ਅੱਛਾ, ਉਹ ਦਿਨ ਨੂੰ ਕਿਵੇਂ ਯਾਦ ਕਰਦੇ ਹੋ ਜਿਹੜੇ ਦਿਨ ਐਕਸੀਡੈਂਟ ਹੋਇਆ ਸੀ? ਸੈਲੀਬ੍ਰੇਸ਼ਨ। ਪੱਕਾ ਪੱਕਾ ਬਖਸ਼ ਦਿੱਤਾ ਨਾ ਜਿਹੜਾ ਤੁਹਾਡੇ ਕੋਲ ਅੱਜ ਹੈਗਾ, ਇਹਦੇ ਨਾਲ ਸਬਰ 'ਚ ਰਹੋ, ਸੰਤੋਖ 'ਚ ਰਹੋ, ਅਤੇ ਤੁਸੀਂ ਮੇਰੀ ਖਿਆਲ ਖੁਸ਼ ਰਹੋਗੇ। ਕਮਰ ਦਾ ਦੇਖਿਆ ਸੀ ਪਹਿਲਾ ਗਾਣਾ, ਜਿਨ੍ਹਾਂ ਨੂੰ ਤੂੰ ਦੇਖਦਾ ਉਹ ਕੋਈ ਹੋਰ ਹੀ ਅੱਖਾਂ ਨੇ। ਇਹ ਗਾਣਾ ਲਿਖਿਆ ਬਾਬਾ ਬੇਲੀ ਨੇ। ਇਹੋ ਜਿਹੇ ਗਾਇਕਾਂ ਨੂੰ ਜਿਹੜਾ ਪਰਿਵਾਰ 'ਚ ਅਸੀਂ ਸੁਣ ਸਕਦੇ ਹਾਂ ਵੀ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ। ਪੱਥਰ ਤਰਾਸ਼ਤਾ ਹੂੰ ਔਰ ਉਹ ਖੁਦਾ ਹੋ ਜਾਤਾ ਹੈ। ਇਸੇ ਲਈ ਭੱਜ ਰਹੀ ਆ ਆਪਾਂ ਇੱਥੋਂ ਪੰਜਾਬ 'ਚੋਂ। ਕਿਉਂ ਯੂਥ ਕਰ ਰਿਹਾ ਫਲਾਈ? ਕਿਉਂਕਿ ਫਿਊਚਰ ਦਿਖਦਾ ਉੱਥੇ। ਪੇਕੇ ਯਾਰ ਪੇਕੇ ਜਿਵੇਂ ਕੁੜੀ ਨੂੰ ਪਿਆਰੇ ਹੁੰਦੇ, ਤਾਂ ਫਿਰ ਬਚਪਨ ਇੱਥੇ ਬੀਤਿਆ। ਕਦੇ ਮਾਨਵ, ਕਦੇ ਦਾਨਵ, ਕਦੇ ਦੇਵਤਾ ਹੁੰਦਾ। ਵਾਹ, ਕੀ ਦੱਸਾਂ ਮੈਂ ਕੌਣ, ਮੈਂ ਕੀ ਹੁੰਦਾ। ਪਲ ਪਲ ਬਦਲਦਾ ਬੰਦਾ। ਜੋ ਅੱਜ ਹੈ ਨਾ, ਸ਼ਾਮ ਨੂੰ ਹੋਰ ਹੈ, ਕੱਲ੍ਹ ਨੂੰ ਹੋਰ ਹੈ। ਬਦਲਾਅ ਜ਼ਿੰਦਗੀ ਹੈ, ਤੁਰਦੇ ਰਹਿਣਾ, ਵਗਦੇ ਰਹਿਣਾ। ਇੱਕ ਪਾਸੇ ਬੌਬੀ ਬਰਾੜ ਸੀ, ਇਹਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਤਾ। ਰੋਕਤਾ ਓਸ਼ੋ ਨੂੰ ਵੀ ਦਿੱਤਾ ਸੀਗਾ ਉਹਨਾਂ ਨੇ। ਦਰਸ਼ਨ ਜੋੜੀ ਦੇ ਵਿੱਚ ਕਹਿੰਦੇ ਸੀਗੇ ਵੀ, ਮੈਂ ਅੰਦਰ ਮੱਥਾ ਟੇਕਣ ਗਿਆ ਅਤੇ 2 ਗ੍ਰੰਥੀ ਪਾਠ ਕਰ ਰਹੇ ਹੁੰਦੇ। ਇੱਕ ਨੇ ਬੜੇ ਗੁੱਸੇ ਨਾਲ ਮੈਨੂੰ ਝਾਕਿਆ ਅਤੇ ਕਹਿੰਦਾ, ਮੈਨੂੰ ਆਇਆ ਵੀ ਯਾਰ ਤੂੰ ਪਾਠ ਕਰ ਰਿਹਾ, ਤੇਰਾ ਧਿਆਨ ਪਾਠ ਵੱਲ ਹੀ ਹੋਣਾ ਚਾਹੀਦਾ, ਨਾ ਕਿ ਮੇਰੇ ਵੱਲ ਹੀ। ਜੋ ਪਬਲਿਕ ਵਿੱਚ ਆਉਣਾ ਵੀ ਚਾਹੁੰਦਾ ਨਾ, ਅਤੇ ਸਾਡਾ ਰਿਵਿਊ ਕੀ ਹੁੰਦਾ ਯਾਰ, ਉਹ ਟੁੰਡਿਆ ਤੇਰੇ ਤੋਂ ਘਰੇ ਨਹੀਂ ਬੈਠਿਆ ਜਾਂਦਾ। ਪਰ ਮੈਂ ਉਦੋਂ ਬਾਅਦ ਇਹ ਸਿੱਖਿਆ ਵੀ ਜਦੋਂ ਕੋਈ ਨੈਗੇਟਿਵ ਚੀਜ਼ ਤੁਹਾਡੇ ਖਿਆਲ ਮਨ 'ਚ ਆਉਂਦਾ ਨਾ, ਵੀ ਜ਼ਿੰਦਗੀ ਦੇ ਵਿੱਚ ਨਾ ਮੌਕਾ ਸੰਭਾਲ ਲਓ ਤੁਸੀਂ। ਕੱਲ੍ਹ ਨੂੰ ਕੀ ਹੋਣਾ, ਕੱਲ੍ਹ ਦੀ ਕੱਲ੍ਹ ਨੂੰ ਦੇਖਾਂਗੇ। ਪੀਐਨਓ ਮੀਡੀਆ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਬ ਸਿੰਘ ਸਿੱਧੂ ਤੁਹਾਡੇ ਨਾਲ ਸਾਂਝ ਪਾਉਣਾ, ਅਤੇ ਸਾਂਝ ਇਹੋ ਜਿਹੀ ਸ਼ਖਸੀਅਤ ਦੀ ਪਵਾ ਰਿਹਾ ਜਿਹਨੂੰ ਮਿਲ ਕੇ, ਜਿਹਦੀਆਂ ਗੱਲਾਂ ਸੁਣ ਕੇ ਤੁਹਾਨੂੰ ਵੀ ਲੱਗੂ ਕਿ ਇਹ ਸਾਂਝਾਂ ਪਹਿਲਾਂ ਕਿਉਂ ਨਹੀਂ ਪਈਆਂ। ਗੱਲ 2011 ਦੀ ਹੈ। ਮੈਂ ਘਰੇ ਬੈਠਾ ਸੀਗਾ, ਅਕਸਰ ਘਰੇ ਹੀ ਹੁੰਦੇ ਹਾਂ, ਅਤੇ ਮੈਨੂੰ ਇੱਕ ਈਮੇਲ ਆਉਂਦੀ ਹੈ। ਉਹਦੇ ਵਿੱਚ ਕੁਛ ਮੈਟਰ ਸੀ। ਉਹ ਮੈਟਰ ਕੀ ਸੀ? ਕਿਊਬਾ ਦੀ ਫੇਰੀ ਦਾ। ਮੈਂ ਮੈਟਰ ਪੜ੍ਹਿਆ, ਕਮਲਾ ਹੋ ਗਿਆ। ਇਸ ਕਰਕੇ ਨਹੀਂ ਕਿ ਉਹਦੇ 'ਚ ਨਾਲ ਕੁਛ ਇਹੋ ਜਿਹਾ ਸੀ। ਉਹ 'ਚ ਸ਼ਬਦ ਸੀ ਨਾ ਜਿਹੜੇ, ਉਹ ਐਸੇ ਬੰਦੇ ਦੇ ਸੀ ਕਿ ਸ਼ਬਦ ਤੁਰਦੇ ਸੀ, ਪਰ ਕਿਤੇ ਨਾ ਕਿਤੇ ਉਹ ਬੰਦਾ ਹਾਲਾਤ ਨੇ ਤੁਰਨ ਜੋਗਾ ਨਹੀਂ ਛੱਡਿਆ ਸੀ, ਪਰ ਸੋਚ ਨਹੀਂ ਰੁਕੀ ਸੀ। ਅਤੇ ਉਸ ਵਗਦੇ ਦਰਿਆ ਦਾ ਅੱਜ ਜ਼ਿਕਰ ਕਰ ਰਹੇ ਹਾਂ। ਹਰਜੀਤ ਸਿੰਘ ਬੌਬੀ ਬਰਾੜ, ਪਿੰਡ ਘਣੀਏ ਵਾਲਾ, ਕੋਟਕਪੂਰਾ ਦੇ ਨਾਲ ਹੈ, ਪਰ ਰਹਿੰਦੇ ਨੇ ਮਿਸ਼ਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਇਹਨਾਂ ਦਿਨਾਂ 'ਚ ਪੰਜਾਬ ਆਏ ਹੋਏ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਹੋ ਸਕਦਾ ਤੁਹਾਡੇ ਕੰਮ ਦੀ ਇਹ ਗੱਲਬਾਤ ਨਾ ਹੋਵੇ, ਪਰ ਜਿਹਦੇ ਕੰਮ ਦੀ ਗੱਲਬਾਤ ਆ ਨਾ, ਜੇ ਕੁਛ ਉਸਾਰੂ ਸੋਚਦੇ ਹੋ, ਜੇ ਕੁਛ ਕਰਨਾ ਚਾਹੁੰਦੇ ਹੋ, ਫਿਰ ਅੜਿੱਕੇ ਤੁਹਾਡੇ ਵਾਸਤੇ ਕੁਛ ਵੀ ਨਹੀਂ ਹੁੰਦੇ। ਕੁਦਰਤ ਨੂੰ ਫਿਰ ਕਹਿ ਦਿਓ ਕਿ ਤੂੰ ਆਪਦੀ ਟੱਕਰ ਲੈ, ਅਤੇ ਅਸੀਂ ਤੇਰੇ ਨਾਲ ਸਿੱਧੀ ਟੱਕਰ ਲੈਂਦੇ ਹਾਂ, ਪੈਰਾਂ ਸਿਰ ਹੋ ਕੇ ਦਿਖਾਉਣੇ ਆ ਕਿਵੇਂ ਹੋਇਆ ਜਾਂਦਾ। ਸੋ ਬੌਬੀ ਬਰਾੜ ਹੋਰਾਂ ਨੇ ਇਹੋ ਜਿਹਾ ਕੁਛ ਬਹੁਤ ਕੀਤਾ, ਜਿਹਦੇ 'ਚ 2-3 ਗੱਲਾਂ ਜਿਹੜੀਆਂ ਉਹ ਤੁਹਾਨੂੰ ਦੱਸਾਂਗੇ। ਕਿ ਕਮਰ ਗਰੇਵਾਲ, ਜਿਹੜਾ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਬਹੁਤ ਵੱਡਾ ਨਾਂ ਹੈ, ਉਹਨਾਂ ਦਾ ਸਭ ਤੋਂ ਪਹਿਲਾ ਸ਼ੋਅ ਇਹਨਾਂ ਨੇ ਕਰਾਇਆ। ਉਸ ਤੋਂ ਬਾਅਦ ਇੱਕ ਹੋਰ ਨਾਂ ਪੰਜਾਬੀ ਸੰਗੀਤ ਇੰਡਸਟਰੀ 'ਚ ਆਉਂਦਾ, ਉਹ ਹੈ ਬਾਬਾ ਬੇਲੀ। ਉਹਨਾਂ ਨੂੰ ਵੀ ਹੱਲਾਸ਼ੇਰੀ ਦੇ ਕੇ ਸਟੇਜ ਦੇ ਉੱਤੇ ਪਹਿਲੀ ਵਾਰ ਇਹਨਾਂ ਨੇ ਚੜ੍ਹਾਇਆ। ਸਮਾਜ ਵਾਸਤੇ ਹੋਰ ਕੀ ਕੀ ਕੀਤਾ, ਜੇਕਰ ਉਹਦਾ ਵੀ ਕਰਾਂਗੇ। ਅਤੇ ਪਹਿਲਾਂ ਗੱਲਬਾਤ ਕਰਦੇ ਹਾਂ ਬੌਬੀ ਬਰਾੜ ਹੋਰਾਂ ਦੇ ਨਾਲ। ਅਤੇ ਬਰਾੜ ਸਾਹਿਬ, ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੀਐਨਓ ਦੀ ਟੀਮ ਦਾ, ਮੇਰੇ ਘਰੇ ਘਣੀਆਂ ਵਾਲੇ ਵੇਖੇ, ਅਤੇ ਆਵਾਜ਼ ਦੀ ਦੋਸਤਾਂ ਨੂੰ ਮੇਰਾ ਸਲਾਮ, ਸਤਿ ਸ਼੍ਰੀ ਅਕਾਲ। ਬਾਈ, ਕਿੱਥੋਂ ਸ਼ੁਰੂ ਕਰੀਏ? ਸ਼ੁਰੂ ਤੋਂ ਕਰਦੇ ਜਿੱਥੋਂ ਤੁਸੀਂ ਜਾਣਨ ਲੱਗੇ, ਜਿੱਥੋਂ ਤੁਸੀਂ ਜ਼ਿਕਰ ਕਰ ਹੀ ਦਿੱਤਾ, ਜਿੱਥੋਂ ਆਪਣੀ ਮੁਲਾਕਾਤ ਹੋਈ। ਦੇਖੋ, ਸੋਸ਼ਲ ਮੀਡੀਆ ਹੈ ਨਾ, ਕਿਵੇਂ ਮਿਲਾਉਂਦਾ ਅਤੇ ਕਿਵੇਂ ਸਾਂਝਾਂ ਪਾਉਂਦਾ। ਅਤੇ ਉਹ ਇੱਕ ਤੁਹਾਡੀ ਕਿਊਬਾ ਫੇਰੀ ਸੀ, ਆਪਾਂ ਉਹਦਾ ਜ਼ਿਕਰ ਜ਼ਰੂਰ ਕਰਦੇ ਹਾਂ। ਤੁਸੀਂ ਕਿਊਬਾ ਗਏ, ਜਾਣ ਦਾ ਸਬੱਬ ਕਿਵੇਂ ਬਣਿਆ। ਅਤੇ ਮੈਨੂੰ ਇਹ ਬੜੇ ਮਾਣ ਨਾਲ ਕਹਿਣਾ ਪੈ ਰਿਹਾ ਕਿ ਉਸ ਤੋਂ ਬਾਅਦ ਦੇ ਵਿੱਚ ਮੈਂ ਖੁਦ ਸਫ਼ਰਨਾਮਾ ਲਿਖਿਆ, ਜਿਹੜਾ 1 ਸਾਲ ਪਹਿਲਾਂ ਮੈਂ ਦੁਬਈ 'ਚ ਗਿਆ ਸੀ। ਉਹ 17 ਭਾਰਤੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਉਹ ਰਿਪੋਰਟ ਕਰਨ ਦੇ ਵਾਸਤੇ। ਅਤੇ ਫਿਰ 1 ਸਾਲ ਬਾਅਦ ਸਾਰੀਆਂ ਘਟਨਾਵਾਂ ਆਏ ਦਿਮਾਗ ਦੇ ਵਿੱਚ, ਫਿਲਮ ਵਾਂਗੂ ਘੁੰਮੀਆਂ। ਸੋਡੇ ਵਾਲੀ ਲਿਖਤ ਦੇਖ ਕੇ ਮੈਂ ਲਿਖਿਆ, ਅਤੇ ਫਿਰ ਉਹ ਕਈ ਅਖਬਾਰਾਂ ਦੇ ਵਿੱਚ ਵਿਦੇਸ਼ਾਂ 'ਚ ਛਪਿਆ। ਅਤੇ ਮੈਨੂੰ ਲੱਗਦਾ ਕਿ ਐਂ ਵੀ ਕਹਿ ਸਕਦੇ ਕਿ ਤੁਸੀਂ ਮੇਰੀ ਉਂਗਲ ਫੜ ਲਈ ਅਤੇ ਮੁੜ ਕੇ ਖਹਿੜਾ ਮੈਂ ਨਹੀਂ ਛੱਡਿਆ। ਅਤੇ ਉਹ ਤੁਹਾਡਾ ਸਬੱਬ ਕਿਵੇਂ ਬਣਿਆ ਸੀ ਕਿਊਬਾ ਜਾਣ ਦਾ? ਕਿਊਬਾ ਦੋਸਤ, ਸਾਡੇ ਨਾਲ 2 ਡੈਸਟੀਨੇਸ਼ਨ ਹੈ
ਕੈਨੇਡਾ ਕੋਲੇ, ਜਾਂ ਮੈਕਸੀਕੋ ਹੈ ਜਾਂ ਕਿਊਬਾ ਹੈ ਵੀ ਜਿਹੜਾ ਨਜ਼ਦੀਕ ਹੈ। ਫਿਰ ਮੈਂ ਕਿਊਬਾ ਨੂੰ ਚੁਣਿਆ ਵੀ ਉੱਥੇ ਅੱਛਾ ਬਾਬੇ ਕਿਊਬਾ ਇੱਕ ਐਸਾ ਮੁਲਕ ਹੈ ਵੀ ਗਰੀਬ ਬਹੁਤ ਹੈ, ਪਰ ਉੱਥੇ ਹਰੇਕ ਬੰਦਾ ਬਸ ਮਸਤ ਹੈ ਤੇ ਨੱਚ ਹੀ ਰਿਹਾ। ਕਦੇ ਗੇੜਾ ਲੱਗਿਆ ਤਾਂ ਕਿਊਬਾ ਜ਼ਰੂਰ ਜਾ ਕੇ ਆਇਓ। ਬਿਲਕੁਲ, ਸਾਡਾ ਤਾਂ ਜੀ ਕਰਦਾ ਕਿ ਚੀ ਗਵੇਰਾ ਦੀ ਧਰਤੀ ਨੂੰ ਨਤਮਸਤਕ ਹੋਈਏ ਜਾ ਕੇ। ਹਾਂ, ਚੀ ਗਵੇਰਾ। ਤੇ ਤੁਸੀਂ ਉੱਥੇ ਗਏ ਸੀ, ਉਦੋਂ ਪਹਿਲਾਂ ਵੱਡੀ ਗੱਲ ਇਹ ਹੈ ਕਿ ਜਾਣ ਵਾਸਤੇ ਕਿਸੇ ਨੂੰ ਵੀ ਮੌਕੇ ਮਿਲ ਸਕਦਾ, ਵਿਦੇਸ਼ ਦੇ ਵਿੱਚ ਸੀ, ਤੇ ਪੈਰਾਂ ਤੋਂ ਟੈਰਾਂ ਤੱਕ ਦਾ ਸਫ਼ਰ ਇਹ ਕਿਵੇਂ ਹੋ ਗਿਆ ਸੀ ਜ਼ਿੰਦਗੀ ਦੇ ਵਿੱਚ? ਉਹ ਕਹਿੰਦੇ ਮਾਨ ਸਾਹਿਬ ਦੀ ਲੈਣਾ ਵੇਲਾ ਸਾਡਾ ਆ ਗਿਆ ਸੀ ਜੱਗ ਉੱਤੋਂ ਜਾਣ ਦਾ। ਫਿਰ ਆਪਦੇ ਅੰਦਰੋਂ ਆਵਾਜ਼ ਨਿਕਲੀ, ਇੱਕ ਮੌਕਾ ਬਖਸ਼ ਦਿੱਤਾ ਪਰਵਰਦਿਗਾਰ ਨੇ, ਹਲੇ ਲੱਭਣਾ ਸੀ ਆਪਣੇ ਅੰਦਰੋਂ ਉਸ ਪਰਵਰਦਿਗਾਰ ਦੇ ਹਾਨ ਦਾ। ਇਹ ਬਾਬਾ ਇਹ 2005 7 ਮਈ ਨੂੰ ਐਕਸੀਡੈਂਟ ਹੁੰਦਾ ਮੇਰਾ, ਅਤੇ ਫੈਮਿਲੀ ਸੀ ਸਾਰੀ ਵਿੱਚ SUV ਦੇ, ਪਰ ਉਹਨੇ ਪਰਮਾਤਮਾ ਨੇ ਮੈਨੂੰ ਚੁਣਿਆ ਵੀ ਇਹ ਬੰਦਾ ਸਹਿ ਲੂਗਾ। ਸਹੀ ਹੈ। ਜਾਂ ਬਸ ਇਵੇਂ ਐਕਸੀਡੈਂਟ ਹੁੰਦਾ। ਅੱਜ 17 ਸਾਲ ਹੋ ਗਏ ਹੈ, ਮਈ ਨੂੰ 17 ਸਾਲ ਹੋ ਜਾਣੇ ਆ। ਜ਼ਿੰਦਗੀ ਦਾ ਇੱਕ ਹਿੱਸਾ ਲੰਘ ਗਿਆ ਬਾਬਾ ਬਸ। ਅੱਛਾ, ਉਹ ਦਿਨ ਨੂੰ ਕਿਵੇਂ ਯਾਦ ਕਰਦੇ ਹੋ ਜਿਹੜੇ ਦਿਨ ਐਕਸੀਡੈਂਟ ਹੋਇਆ ਸੀ? ਸੈਲੀਬ੍ਰੇਸ਼ਨ। ਪੱਕਾ? ਪੱਕਾ। ਕਿਸ ਤਰ੍ਹਾਂ ਦੀ? ਫੈਮਿਲੀ ਨਾਲ ਯਾਰ, ਜੇ ਕੁਛ ਵੀ ਹੋ ਸਕਦਾ ਸੀਗਾ ਤੁਹਾਨੂੰ ਯਾਦ ਵੀ ਨਹੀਂ ਆਉਣਾ ਸੀ ਕਿਸੇ ਦੇ। ਮਿਲਣਾ ਤਾਂ ਕੀ ਹੈ, ਆਪਾਂ ਤਾਂ ਉਦੋਂ ਬਾਅਦ ਮਿਲੇ ਹਾਂ, ਪਰ ਜੇ ਇਦੋਂ ਭਿਅੰਕਰ ਹੋ ਜਾਂਦਾ, ਤੁਸੀਂ ਹਮੇਸ਼ਾ ਦੇਖੋ ਵੀ ਇਦੋਂ ਮਾੜਾ ਵੀ ਹੋ ਸਕਦਾ। ਜਿਹੜਾ ਕੁਛ ਬਖਸ਼ ਦਿੱਤਾ ਨਾ, ਜਿਹੜਾ ਤੁਹਾਡੇ ਕੋਲ ਅੱਜ ਹੈਗਾ, ਇਹਦੇ ਨਾਲ ਸਬਰ 'ਚ ਰਹੋ, ਸੰਤੋਖ 'ਚ ਰਹੋ, ਅਤੇ ਤੁਸੀਂ ਮੇਰੀ ਖਿਆਲ ਖੁਸ਼ ਰਹੋਗੇ। ਤਮੰਨਾਵਾਂ, ਖਾਹਿਸ਼ਾਂ ਇਹ ਆਪਣੀ ਜਗ੍ਹਾ, ਪਰ ਇੱਕ ਜ਼ਿੰਦਗੀ ਜਿਹੜਾ ਪ੍ਰੈਜੈਂਟ ਹੈ ਨਾ ਤੁਹਾਡੇ ਕੋਲ, ਇਹ ਪ੍ਰੈਜੈਂਟ ਨੂੰ ਇੰਜੋਏ ਕਰੋ। ਮੈਂ ਇਹੀ ਕਹਿਣਾ ਹੁੰਦਾ। ਸੋਚ ਤੁਰਦੀ ਗਈ, ਸ਼ਬਦ ਰੁਕੇ ਨਹੀਂ, ਹੌਸਲਾ ਬਰਕਰਾਰ ਰਿਹਾ। ਤੇ ਯਤਨ ਫਿਰ ਕਿਹੋ ਜਿਹੇ ਹੁੰਦੇ ਰਹੇ ਅੱਗੇ ਵਧਣ ਦੇ? ਯਤਨ ਬਾਬਾ, ਮੈਂ ਪਹਿਲਾਂ ਤਾਂ ਆਪਦੇ ਪਰਿਵਾਰ ਦਾ, ਮੇਰਾ ਵਾਈਫ ਦਾ, ਬੱਚਿਆਂ ਦਾ, ਅਤੇ ਦੋਸਤਾਂ ਦਾ, ਮਾਪਿਆਂ ਦਾ, ਜਿਨ੍ਹਾਂ ਨੇ ਯਾਰ ਸਾਥ ਦਿੱਤਾ ਮੇਰਾ। ਮੇਰੇ 'ਚ ਕਦੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੈਂ ਡਿਸੇਬਲਡ ਹੈ। ਅਤੇ ਜ਼ਿੰਦਗੀ ਬਾਬਾ, ਹੁਣ ਮੈਂ ਜਿਵੇਂ ਕਹਿ ਦਈਏ, ਮੈਨੂੰ ਕਹਿੰਦੇ ਹੁੰਦੇ ਯਾਰ ਉੱਥੇ ਬਾਬਾ ਉਹ ਐਂ ਇਲਾਜ ਕਰਦਾ ਹੈ। ਮੈਂ ਕਿਹਾ ਯਾਰ ਮੈਂ ਖੁਸ਼ ਹਾਂ, ਮੈਂ ਇੰਜੋਏ ਕਰ ਰਿਹਾ ਆਪਦੀ ਡਿਸੇਬਿਲਿਟੀ ਨੂੰ। ਜਦੋਂ ਕੋਈ ਇਨ ਫਿਊਚਰ ਨਿਕਲਦਾ ਉਦੋਂ ਦੇਖਾਂਗੇ। ਅਤੇ ਅੱਜ ਦੀ ਘੜੀ ਬਾਬਾ ਖੁਸ਼ ਹਾਂ ਮੈਂ ਜਿਵੇਂ। ਅਤੇ ਰੂਟੀਨ ਮੇਰੇ ਵਰਕ ਹੈ ਉੱਥੇ ਸਾਰੇ। ਗੱਡੀ ਮੇਰੀ ਮੋਡੀਫਾਈ ਕੀਤੀ ਹੋਈ ਹੈ, ਗੱਡੀ ਮੈਂ ਡਰਾਈਵ ਕਰ ਲੈਂਦਾ ਆਪ। ਮੁਲਕ ਅੱਛੇ ਹੈ, ਬਸ ਬਾਕੀ ਮਿਹਰ ਆ ਉਹਦੀ। ਮੈਂ ਦੇਖਿਆ ਘਰੇ ਜਾਣ ਦਾ ਵੀ ਮੌਕਾ ਮਿਲਿਆ ਹੁਣ, ਕਿਉਂਕਿ ਦਰਸ਼ਕ ਜਾਂ ਸਰੋਤੇ ਸੱਜਣ ਜਾਣਦੇ ਆ ਕਿ ਆਪਾਂ ਵੀ ਤਾਂ ਘੁਮੱਕੜ, ਕਦੇ ਘਣੀਏ ਵਾਲੇ ਅਤੇ ਕਦੇ ਮਿਸ਼ਨ ਦੇ ਵਿੱਚ। ਮੌਕਾ ਮਿਲਿਆ ਤੁਹਾਡੇ ਘਰ ਮਾਹੌਲ ਨੂੰ ਵੀ ਦੇਖਣ ਦਾ, ਪਰਿਵਾਰ ਨੂੰ ਵੀ ਮਿਲਦਾ। ਅਤੇ ਬਰਾੜ ਸਾਹਿਬ, ਤੁਸੀਂ ਜਿੱਥੇ ਗੱਡੀ ਚਲਾਉਂਦੇ ਹੋ ਅਤੇ ਤੁਹਾਡੀ ਜ਼ਿੰਦਗੀ ਨੂੰ ਚਲਾਉਣ ਦਾ ਇੱਕ ਹੋਰ ਤੁਹਾਡਾ ਸਾਥੀ ਹੈ, ਉਹ ਹੈ ਐਲੀਸ਼ੇਸ਼ਨ ਜਾਂ ਡਾਬਰਮੈਨ। ਨਾ ਲੈਬੋਰੇਟਰੀ ਹਾਂਜੀ। ਉਹਦਾ ਸੁਖਨਾ ਭਾਈ, ਉਹ ਲੈਬ ਇਸ ਵੇਲੇ ਸਭ ਤੋਂ ਸਿਆਣੀ ਬਰੀਡ ਗਿਣੀ ਜਾਂਦੀ ਆ। 1992 ਤੋਂ ਲੈ ਕੇ ਉਹ ਨੰਬਰ 1 'ਤੇ ਆ ਰਹੀ ਹੈ। ਪਹਿਲਾਂ ਸੀਗਾ ਜਰਮਨ ਸ਼ੈਫਰਡ। ਜਰਮਨ ਸ਼ੈਫਰਡ ਤੋਂ ਬਾਅਦ ਉਹਨਾਂ ਨੇ ਹੁਣ ਜਿੰਨੇ ਬਾਰਡਰ ਸਿਕਿਉਰਿਟੀ ਫੋਰਸ ਕੋਲੇ, ਏਅਰਪੋਰਟ ਕੋਲੇ, ਸਾਰੇ ਤੁਸੀਂ ਲੈਬ ਦੇਖੋਗੇ। ਉਹਨਾਂ ਦਾ ਬਾਈ ਜੀ, ਉਹਨੂੰ ਟ੍ਰੇਨ ਕਰਨ 'ਤੇ 2 ਸਾਲਾਂ ਦੇ ਵਿੱਚ $40,000 ਖਰਚਾ ਆਉਂਦਾ। ਮੰਨ ਲਓ ਵੀ 24 ਲੱਖ ਰੁਪਈਆ। ਪਰ ਜਦੋਂ ਕਲਾਇੰਟ ਨੂੰ ਦਿੰਦੇ ਹੈ, ਬਿਲਕੁਲ ਟੋਟਲੀ ਫਰੀ, ਜਿਹੜਾ ਉਹਨਾਂ ਦਾ ਚੱਲਦਾ ਵੀ ਡੋਨੇਸ਼ਨ 'ਤੇ ਚੱਲਦਾ, ਜਿਹੜੇ ਲੋਕ ਡੋਨੇਟ ਕਰਦੇ ਆ ਉਹਨਾਂ ਨੂੰ ਜੀ। ਅਤੇ ਸੁਖਨੈਬ ਉਹ ਵੀ ਐਸਾ ਟ੍ਰੇਨ ਕੀਤਾ ਹੋਇਆ ਵੀ ਬੱਚਾ ਉਹਨਾਂ ਨਹੀਂ ਆਖੇ ਲੱਗਦਾ ਗਿਆ ਜਿੰਨਾ ਉਹ ਹੈ। ਲਾਈਟਸ ਔਨ ਆਫ ਕਰਨੀਆਂ, ਕੋਈ ਚੀਜ਼ ਡਿੱਗ ਪਈ ਆ ਉਹਨੂੰ ਪਿਕ ਕਰਕੇ ਫੜਾਉਣਾ, ਫਰਿੱਜ ਦਾ ਡੋਰ ਖੋਲ੍ਹ ਕੇ ਅੰਦਰ ਪਾਣੀ ਦੀ ਬੋਟਲ ਤੁਹਾਨੂੰ ਚੁੱਕ ਕੇ ਦੇਣੀ ਵੀ ਬਸ ਉਹ ਬੋਲ ਨਹੀਂ ਸਕਦਾ ਗਿਆ। ਅਤੇ ਬੱਚਾ ਹੈ ਇੱਕ ਬਸ ਮੇਰਾ ਉਹ। ਮੈਂ ਦੇਖਿਆ ਉਹ ਤਾਂ ਤੁਹਾਡੇ ਦਰਵਾਜ਼ੇ ਖੋਲ੍ਹਦਾ ਜਾਂ ਹੋਰ? ਹਾਂਜੀ। ਅਤੇ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਬਾਈ ਹੋਰਾਂ ਨੇ ਉੱਥੇ ਮੋਰ ਵੀ ਪਾਲੇ ਹੋਏ ਨੇ, ਉੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ। ਖੈਰ, ਅਸੀਂ ਕੁਛ ਕੁ ਗੱਲਾਂ ਜ਼ਿੰਦਗੀ ਦੀਆਂ ਟੱਚ ਕਰਨ ਦਾ ਯਤਨ ਕਰਾਂਗੇ। ਕਹਾਣੀ ਤਾਂ ਬਹੁਤ ਲੰਮੀ ਹੈ, ਕਦੇ ਕਿਤਾਬ ਦੇ ਰੂਪ 'ਚ ਸਾਹਮਣੇ ਲਿਆਵਾਂਗੇ।
ਬਈ ਜੀ ਫਿਰ ਆਪਾਂ ਚੱਲਦੇ ਹਾਂ ਕਿ ਜ਼ਿੰਦਗੀ ਦਾ ਸਫ਼ਰ ਤੁਸੀਂ ਬੜਾ ਕੁਝ ਕੀਤਾ। ਹਰ ਬੰਦੇ ਦੇ ਸੁਪਨੇ ਹੁੰਦੇ ਨੇ, ਖਾਹਿਸ਼ਾਂ ਹੁੰਦੀਆਂ ਨੇ, ਸਧਰਾਂ ਹੁੰਦੀਆਂ ਨੇ, ਅਰਮਾਨ ਵੀ ਹੁੰਦੇ ਨੇ, ਅਤੇ ਕਿਤੇ ਨਾ ਕਿਤੇ ਕੋਈ ਡੈਡੀਕੇਸ਼ਨ ਹੁੰਦੀ ਹੈ। ਮੈਂ ਅਕਸਰ ਕਦੇ ਨਾ ਕਦੇ ਤੁਹਾਡੇ ਸ਼ਬਦਾਂ 'ਚੋਂ ਬਲਵੰਤ ਗਾਰਗੀ ਨੂੰ ਫੜ ਲੈਣਾ, ਅਤੇ ਕਦੇ ਕਦੇ ਇਸ ਭੜਕਦੀ ਰੂਹ 'ਚੋਂ ਕੋਈ ਹੋਰ ਝਲਕਾਰਾ ਪੈਂਦਾ। ਓਸ਼ੋ ਦਾ ਪ੍ਰਭਾਵ ਵੀ ਹੈ, ਅਤੇ ਅਸਲ ਦੇ ਵਿੱਚ ਪੜ੍ਹਿਆ ਸੁਣਿਆ ਕੀ ਕੁਛ ਆ ਹੁਣ ਤੱਕ? ਪੜ੍ਹਿਆ ਸੁਣਿਆ ਜਦੋਂ ਕਾਲਜ ਸੀਗੇ, ਮੰਟੋ ਮੇਰਾ ਸਭ ਤੋਂ ਫੇਵਰੇਟ ਰਿਹਾ। ਬਲਵੰਤ ਗਾਰਗੀ ਜੀ, ਨੰਗੀ ਧੁੱਪ, ਅਜੀਤ ਕੌਰ। ਅਜੀਤ ਕੌਰ ਨੇ ਇੰਨਾ ਬੇਬਾਕ ਹੋ ਕੇ ਲਿਖਿਆ ਨਾ ਵੀ ਜਿੰਨਾ ਕੋਈ ਔਰਤ ਸੋਚ ਵੀ ਨਹੀਂ ਸਕਦੀ, ਉਹਦਾ ਅਸਰ ਰਿਹਾ। ਫਿਰ ਮੇਰੇ ਦੋਸਤ ਮੈਨੂੰ ਓਸ਼ੋ ਦੇ ਕੈਂਪ 'ਤੇ ਲੈ ਕੇ ਗਏ, ਅੱਛਾ ਲੱਗਿਆ, ਮੈਨੂੰ ਸੋਹਣਾ ਲੱਗਿਆ। ਬਸ ਜ਼ਿੰਦਗੀ ਸਿਖਾਉਂਦੀ ਗਈ ਅਤੇ ਆਪਾਂ ਸਟੂਡੈਂਟ ਨੂੰ ਸਿੱਖਦੇ ਗਏ ਜੀ। ਸੰਗੀਤ ਜਗਤ ਵਾਲੇ ਪਾਸੇ ਕਈ ਧਿਰਾਂ ਦਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਵੈਸੇ ਤਾਂ ਤੁਹਾਡੀਆਂ ਸਾਂਝਾਂ ਪੁਰਾਣੀਆਂ ਨੇ ਬਹੁਤ ਸਾਰੇ ਲੋਕਾਂ ਦੇ ਨਾਲ। ਮੈਨੂੰ ਪਤਾ ਹੈ ਕਿ ਤੁਹਾਡੇ ਵਿਆਹ ਵੇਲੇ ਹਾਕਮ ਸੂਫੀ ਆਇਆ ਸੀ, ਮੇਲਾ ਯਾਰਾਂ ਦਾ, ਅਤੇ ਜਾਂ ਫਿਰ ਉਹ ਗੱਲਾਂ ਚੇਤਿਆਂ 'ਚ ਜ਼ਰੂਰ ਨੇ। ਅਤੇ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਸੰਗੀਤ ਜਗਤ ਦੇ ਦੋ ਵੱਡੇ ਨਾਂ, ਇਹਨਾਂ ਨਾਲ ਰਾਬਤਾ ਕਿਵੇਂ ਕਾਇਮ ਹੋਇਆ? ਕਮਰ ਗਰੇਵਾਲ ਦਾ ਐਸੇ ਥਾਂ ਇਸੇ ਘਰੇ ਆਹੀ ਵਿਹੜੇ 'ਚ ਪਹਿਲਾ ਸ਼ੋਅ ਹੋਇਆ ਸੀ ਜਿੱਥੇ ਆਪਾਂ ਬੈਠੇ ਹਾਂ। ਹਾਂਜੀ ਹਾਂਜੀ, ਬਾਬਾ ਫ਼ਕਰਾਂ ਨਾਲ ਯਾਰੀ ਸ਼ੁਰੂ ਤੋਂ ਹੀ ਹੈ। ਮੇਰਾ ਇੱਕ ਦੋਸਤ ਆ ਬੱਬੀ ਭਾਦਸੋਂ ਤੋਂ, ਮੈਂ ਜਦੋਂ ਵੀ ਕੈਨੇਡਾ ਤੋਂ ਆਉਣਾ ਹੁੰਦਾ ਉਹਨੂੰ ਮੈਂ ਕੰਟੈਕਟ ਕਰਦਾ ਹੁੰਦਾ ਵੀ ਆਪਾਂ ਪ੍ਰੋਗਰਾਮ ਰੱਖਣਾ, ਅਤੇ ਉਹ ਫਿਰ ਮੈਨੂੰ ਉਹ ਮੇਰਾ ਜ਼ਰੀਆ ਬਣਦਾ। ਮੈਂ ਇਹਦਾ ਕਮਰ ਦਾ ਦੇਖਿਆ ਸੀ ਪਹਿਲਾ ਗਾਣਾ, ਜਿਨ੍ਹਾਂ ਨੂੰ ਤੂੰ ਦੇਖਦਾ ਉਹ ਕੋਈ ਹੋਰ ਹੀ ਅੱਖਾਂ ਨੇ। ਫਿਰ ਮੈਂ ਬੱਬੀ ਨੂੰ ਕਿਹਾ ਵੀ ਆਪਾਂ ਇਹ ਲਾਉਣਾ। ਫਿਰ ਇਹ ਗਾਣਾ ਲਿਖਿਆ ਬਾਬਾ ਬੇਲੀ ਨੇ, ਬੜਾ ਚਿਰ ਗੁਮਨਾਮ ਰਿਹਾ। ਫਿਰ ਮੈਨੂੰ ਇਉਂ ਸੀਗਾ ਵੀ ਜਿਹੜਾ ਬੰਦਾ ਯਾਰ ਇਹਨੂੰ ਮਿਲੀਏ ਤਾਂ ਅਸੀਂ ਇਹਦੇ ਨਾਲ ਫੋਨ 'ਤੇ ਗੱਲ ਤਾਂ ਕਰੀਏ। ਜਿਹੜਾ ਬੰਦਾ ਇੰਨਾ ਲਿਖ ਵਧੀਆ ਸਕਦਾ ਹੈ, ਇਹਦੇ 'ਚ ਕੋਈ ਤਾਂ ਐਬਿਲਿਟੀ ਹੋਰ ਵੀ ਹੋਏਗੀ। ਫਿਰ ਇਹਨੇ ਮੈਨੂੰ ਫੋਨ 'ਤੇ ਆਪਣੀ ਆਵਾਜ਼ ਸੁਣਾਈ। ਫਿਰ ਮੈਂ ਕਿਹਾ ਵੀ ਇਹੋ ਜਿਹੇ ਗਾਇਕਾਂ ਨੂੰ ਜਿਹੜਾ ਪਰਿਵਾਰ 'ਚ ਅਸੀਂ ਸੁਣ ਸਕਦੇ ਹਾਂ, ਵੀ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ। ਬਸ ਮੈਂ ਕਹਿੰਦੇ ਹੁੰਦੇ ਨਾ ਵੀ ਮੈਂ ਪੱਥਰ ਤਰਾਸ਼ਤਾ ਹੂੰ ਔਰ वो खुदा हो जाता है। ਸਹੀ ਗੱਲ ਆ। ਅਤੇ ਵੈਸੇ ਇਹ ਵੀ ਹੈ ਨਾ ਕਿ ਕਹਿੰਦੇ ਹੁੰਦੇ ਕਿ ਪੱਥਰ ਨਾ ਜਾਣਨ ਪੀੜ ਕਿਸੇ ਦੀ, ਪਰ ਪੱਥਰ ਵੀ ਕਿਤੇ ਕੰਮ ਆ ਜਾਂਦੇ ਆ। ਕਈ ਵਾਰੀ ਤਾਂ ਇੱਕ ਹੋਰ ਸੋਸ਼ਲ ਮੀਡੀਆ ਦੇ ਉੱਤੇ ਬੜਾ ਲਾਈਟ ਮੂਡ 'ਚ ਕਿਸੇ ਨੇ ਲਿਖਿਆ ਹੋਇਆ, ਕਹਿੰਦੇ ਪੱਥਰ ਹੈ ਨਾ ਜਿਹੜਾ, ਉਹਦੀ ਕਦਰ ਤੁਹਾਨੂੰ ਉਦੋਂ ਪਤਾ ਲੱਗਦੀ ਹੈ ਤੁਹਾਡੇ ਮਗਰ ਕੁੱਤੇ ਪੈ ਜਾਣ। ਅਤੇ ਇਹ ਹਾਸੇ ਠੱਠੇ ਦੀਆਂ ਗੱਲਾਂ ਨੇ। ਸੰਗੀਤ ਜਗਤ ਦੇ ਵਿੱਚ ਕਾਫੀ ਕੁਛ ਕਰਨ ਦੀ ਇੱਛਾ ਰੱਖਦੇ ਸੀ, ਉੱਥੇ ਸ਼ੋਅ ਵਗੈਰਾ ਤੁਸੀਂ ਕਰਾਏ? ਹਾਂਜੀ ਹਾਂਜੀ। ਖੁੱਲ੍ਹ ਕੇ ਦੱਸ ਦਿਓ ਫਿਰ ਕੀ ਕੁਛ ਹੋਇਆ। ਮੇਰਾ ਸੁਖਨਾ ਸੀ, ਜਿਵੇਂ ਮੈਂ ਹੁਣ ਵੀਲ ਚੇਅਰ 'ਤੇ ਹਾਂ, ਸਾਡੇ ਐਸੋਸੀਏਸ਼ਨ ਹੈ ਮਿਸ਼ਨ ਆਪਣੀ ਸਪਾਈਨਲ ਕੋਡ ਇੰਜਰੀ, ਮੈਂ ਫਿਰ ਉਹਦੇ ਲਈ ਕੁਛ ਕਰਨਾ ਚਾਹੁੰਦਾ ਸੀਗਾ। ਉਸ ਲਈ ਫਿਰ ਆਪਣੇ ਸਵਰਗੀ ਰਾਜ ਬਰਾੜ ਦਾ ਸ਼ੋਅ ਕਰਵਾਇਆ ਉੱਥੇ। ਡੋਨੇਸ਼ਨ ਉਹਨਾਂ ਨੂੰ $21,000 ਉਹਨਾਂ ਨੂੰ ਡੋਨੇਟ ਕੀਤਾ। ਇਵੇਂ ਫਿਰ ਮੇਰਾ ਕਮਰ ਦਾ ਸੀਗਾ, ਕਮਰ ਨੂੰ ਸਭ ਤੋਂ ਪਹਿਲਾਂ ਮੈਂ ਸਪੋਂਸਰ ਕੀਤਾ ਸੀ ਕੈਨੇਡਾ ਲਈ, ਪਰ ਗਰੁੱਪ ਵੱਡਾ ਸੀ, ਇਹਨਾਂ ਦੀ ਹਿਸਟਰੀ ਨਹੀਂ ਸੀ ਕੋਈ ਟਰੈਵਲ ਦੀ, ਉਹ ਕੈਂਸਲ ਹੋ ਗਿਆ। ਉਸ ਤੋਂ ਬਾਅਦ ਬਾਬਾ ਬੇਲੀ ਹੁਣ ਮੈਂ ਉਹਨੂੰ ਪ੍ਰਮੋਟ ਕਰ ਰਿਹਾ ਜੀ, ਵੀ ਇਨਸ਼ਾ ਅੱਲਾ ਵੀ ਉਹ ਜਦੋਂ ਉਹਦਾ ਅਪਲਾਈ ਕਰੀਏ ਉਹਦਾ ਬਣ ਜਾਏ, ਅਤੇ ਵੀ ਲੋਕੀ ਉਹਨੂੰ ਸੁਣਨਾ ਚਾਹੁੰਦੇ ਆ। ਸਹੀ ਅਤੇ ਇਹੀ ਮੈਨੂੰ ਇਉਂ ਆਉਂਦਾ ਯਾਰ, ਇੰਨੇ ਲੱਚਰਪੁਣੇ 'ਚੋਂ ਜੇ 2-3 ਬੰਦੇ ਉੱਠਦੇ ਆ ਅਤੇ ਉਹਨਾਂ ਨੂੰ ਹੱਲਾਸ਼ੇਰੀ ਦਿਓ, ਪ੍ਰਮੋਟ ਕਰੋ। ਅੱਛਾ, ਉਹਨਾਂ ਨੂੰ ਸੁਣਨ ਵਾਲੇ ਬਹੁਤ ਬੈਠੇ ਹੁਣ, ਜਦੋਂ ਦੇਖਦੇ ਹਾਂ YouTube ਦੇ ਉੱਤੇ ਫੋਲੋਅਰ ਹੈਗੇ, ਪਰ ਸਿਰਫ ਇੱਕ ਇਹ ਹੈ ਵੀ ਉਹਨਾਂ ਨੂੰ ਥੋੜ੍ਹਾ ਪੁਸ਼ ਕਰਨ ਦੀ ਲੋੜ ਹੁੰਦੀ ਹੈ ਅੱਛਾ ਗਾਉਣ ਵਾਲੇ ਨੂੰ। ਸਹੀ। ਸਪਾਈਨਲ ਕਾਰਡ ਇੰਜਰੀ ਤੋਂ ਤੁਸੀਂ ਵੀ ਪ੍ਰਭਾਵਿਤ ਹੋ, ਅਤੇ ਇਸ ਮਾਮਲੇ ਦੇ ਵਿੱਚ ਰਿਸਰਚ ਦੇ ਵਾਸਤੇ ਜਿਹੜਾ ਤੁਸੀਂ ਕੰਮ ਕੀਤਾ, ਉਦੋਂ ਰਾਜ ਬਰਾੜ ਹੋਰਾਂ ਦਾ ਸ਼ੋਅ ਵੀ ਕਰਾਇਆ, ਉਹਦੇ 'ਤੇ ਫੰਡਿੰਗ ਹੈ ਜਿਹੜੀ ਤੁਸੀਂ ਉਹ ਸੰਸਥਾ ਨੂੰ ਵੀ ਦਿੱਤੀ। ਰਿਸਰਚ ਵਾਲੇ ਪਾਸੇ ਕਿੱਥੋਂ ਤੱਕ ਗੱਲ ਵਧੀ ਹੈ? ਰਿਸਰਚ ਮੈਂ ਟੈਸਲਾ ਇੱਕ ਕੰਪਨੀ ਆਈ ਆਪਣੀ ਗੱਡੀਆਂ ਦੀ ਜੀ, ਉਹਨਾਂ ਨੇ ਰਿਸਰਚ ਕਰ ਲਈ ਆ ਸਾਰੀ ਜਾਨਵਰ ਦੇ ਉੱਤੇ। ਉਹ ਕਹਿੰਦੇ ਕਾਮਯਾਬ ਹੈ। ਹੁਣ ਐਤਕੀ 22 ਦੇ ਵਿੱਚ ਉਹ ਬੰਦਿਆਂ ਦੇ ਉੱਤੇ ਕਰਨਗੇ। ਉਹਨਾਂ ਨੇ ਚਿਪ ਕੱਢੀ ਹੈ ਸੁਖਨੈਬ, ਵੀ ਜਿੱਥੇ ਤੁਹਾਡੀ ਇੰਜਰੀ ਹੋਈ ਹੈ, ਜਿਵੇਂ ਮੇਰੀ C7 ਹੈ, C7 ਏਸ਼ੀਆ ਏ ਕੰਪਲੀਟ, ਉਹ ਤੁਹਾਡੇ ਉੱਤੇ ਚਿਪ ਲਾ ਦੇਣਗੇ ਉਹਨੇ ਥਾਂ 'ਚ। ਹਾਂ, ਉਹ ਫਿਰ ਤੁਹਾਡਾ ਮੈਸੇਜ ਬਾਈਪਾਸ ਹੋਣ ਲੱਗ ਪਏਗਾ। ਸੰਭਾਵਨਾਵਾਂ ਕਿੰਨੀਆਂ ਹੈਗਾ ਸਕਸੈਸ? ਸੰਭਾਵਨਾਵਾਂ ਵੇਖੋ ਬਾਬਾ, ਆਉਣ ਵਾਲੇ 50-70 ਸਾਲਾਂ
ਇਹਦਾ ਇਲਾਜ ਮੇਰੇ ਹਿਸਾਬ ਨਾਲ ਨਿਕਲਣਾ ਚਾਹੀਦਾ। ਮੈਂ ਬੜਾ ਆਸਵੰਦ ਹਾਂ ਇਸ ਬਾਰੇ। ਬੋਬੀ ਬਾਈ ਜੇ ਐਕਸੀਡੈਂਟ ਨਾ ਹੁੰਦਾ ਫਿਰ ਕੀ ਹੁੰਦਾ? ਫਿਰ ਉਹ ਕਹਿੰਦੇ ਨਾ, ਹੋਰਾਂ ਵਾਂਗੂ ਹਨੇਰਾ ਢਾਉਂਦੇ ਚੁੱਪ ਚੁਪੀਤੇ ਜੀ ਲੈਣਾ ਸੀ। ਜੇਕਰ ਸੀਨੇ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ। ਗੁਰਤੇਜ ਕਹਾਰ ਵਾਲਾ ਬੜਾ ਨੇੜੇ ਰਹਿੰਦਾ ਹੈ। ਬਹੁਤ ਜ਼ਿਆਦਾ ਦਿਲ ਦੇ ਨੇੜੇ। ਤੇ ਠੀਕ ਹੈ, ਹੈ ਨਾ। ਮੈਨੂੰ ਇਹ ਵੀ ਲੱਗਦਾ ਕਿ ਉਹ ਵੇਲਾ ਐਕਸੀਡੈਂਟ ਵੇਲੇ ਚਲੋ ਮਾੜਾ ਤਾਂ ਸਭ ਦੇ ਵਾਸਤੇ ਹੀ ਹੁੰਦਾ, ਪਰਿਵਾਰ ਦੇ ਵਾਸਤੇ ਉਸ ਵੇਲੇ ਥੋੜ੍ਹੀਆਂ ਜ਼ਿੰਮੇਵਾਰੀਆਂ ਬਹੁਤ ਸੀ, ਪਰ ਕੈਨੇਡਾ ਸੀ, ਉੱਥੇ ਸੰਭਾਲੀਆਂ ਗਈਆਂ। ਇੰਡੀਆ ਹੁੰਦਾ ਸ਼ਾਇਦ ਰੁੱਲ ਜਾਣਾ ਸੀ। ਕਈ ਚੀਜ਼ਾਂ ਨੇ, ਬੇਸ਼ੱਕ ਇੱਥੇ ਤੁਸੀਂ ਵੀ ਪੈਰਾਂ ਸਿਰ ਸੀ, ਪਰ ਦੂਜੀ ਗੱਲ ਇਹ ਵੀ ਹੈ ਕਿ ਹੈ ਨਾ, ਉੱਥੇ ਫਿਰ ਬੰਦਾ ਮਸ਼ੀਨ ਬਣਿਆ ਰਹਿ ਜਾਂਦਾ। ਫਰਕ ਹੈ ਬਾਬਾ, ਮੁਲਕ ਅੱਛੇ ਹੈ। ਮੇਰੇ ਇੱਕ ਗੁਆਂਢ ਦੇ ਵਿੱਚ ਬਾਬਾ ਇੱਥੇ 35 ਸਾਲ ਹੋ ਗਏ ਐਕਸੀਡੈਂਟ ਹੋਏ ਨੂੰ। ਉਹ ਬੰਦਾ 35 ਸਾਲਾਂ ਦਾ ਮੰਜੇ 'ਤੇ ਪਿਆ, ਅਤੇ ਘਰ-ਬਾਰ ਵੀ ਵਿਕ ਜਾਂਦਾ ਇੱਥੇ, ਪਰ ਮੁਲਕ ਅੱਛੇ ਹੈ। ਇਸੇ ਲਈ ਭੱਜ ਰਹੀ ਹੈ ਆਪਾਂ ਇੱਥੋਂ ਪੰਜਾਬ 'ਚੋਂ। ਕਿਉਂ ਯੂਥ ਕਰ ਰਿਹਾ ਫਲਾਈ? ਕਿਉਂਕਿ ਫਿਊਚਰ ਦਿਖਦਾ ਉੱਥੇ। ਸੰਘਰਸ਼ ਹੈ 5 ਸਾਲ 10 ਸਾਲ, ਉਸ ਤੋਂ ਬਾਅਦ ਤੁਹਾਡੀ ਲਾਈਫ ਤਾਂ ਵਧੀਆ ਨਾ। ਇੱਥੇ ਫਿਰ ਵਾਰ-ਵਾਰ ਗੇੜੇ ਮਾਰਨ ਦਾ ਸਵਾਬ ਪੇਕੇ ਯਾਰ ਪੇਕੇ ਜਿਵੇਂ ਕੁੜੀ ਨੂੰ ਪਿਆਰੇ ਹੁੰਦੇ, ਤਾਂ ਫਿਰ ਬਚਪਨ ਇੱਥੇ ਬੀਤਿਆ, ਯਾਰਾਂ ਦੋਸਤਾਂ 'ਚ, ਗਲੀਆਂ 'ਚ, ਹੈ ਬਹੁਤ ਕੁਛ ਹੈ। ਪੜ੍ਹਨ ਪੜ੍ਹਾਉਣ ਦਾ ਕੰਮ ਕਿਵੇਂ ਚੱਲ ਰਿਹਾ? ਪੜ੍ਹਿਆ ਬਾਬਾ, ਪਹਿਲਾਂ ਸਾਹਿਤ ਪੜ੍ਹਦੇ ਰਹੇ ਹਾਂ, ਅੱਜ ਕੱਲ੍ਹ ਆਪਦੇ ਆਪ ਨੂੰ ਪੜ੍ਹਨ ਦੀ ਹੈ। ਕਹਿੰਦੇ ਨਾ, ਪੜ੍ਹ ਆਲੋਂ ਫਾਜ਼ਲ ਹੋਏ। ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ, ਹੁਣ ਫਿਰ ਆਪਣੇ ਆਪ ਨੂੰ ਪੜ੍ਹ ਰਹੇ ਹਾਂ। ਕੋਈ ਹਰਫ ਦਿਸਦੇ ਹੈਗੇ, ਸਮਝ ਆਉਂਦੇ ਨੇ? ਹਾਂ ਪੱਕਾ। ਹੁਣ ਬੋਬੀ ਬਰਾੜ ਕੌਣ ਆ? ਕਦੇ ਮਾਨਵ, ਕਦੇ ਦਾਨਵ, ਕਦੇ ਦੇਵਤਾ ਹੁੰਦਾ। ਵਾਹ। ਕੀ ਦੱਸਾਂ ਮੈਂ ਕੌਣ, ਮੈਂ ਕੀ ਹੁੰਦਾ। ਪਲ ਪਲ ਬਦਲਦਾ ਬੰਦਾ। ਜੋ ਅੱਜ ਹੈ ਨਾ, ਸ਼ਾਮ ਨੂੰ ਹੋਰ ਹੈ, ਕੱਲ੍ਹ ਨੂੰ ਹੋਰ ਹੈ। ਬਦਲਾਅ ਜ਼ਿੰਦਗੀ ਹੈ, ਤੁਰਦੇ ਰਹਿਣਾ, ਵਗਦੇ ਰਹਿਣਾ। ਸਹੀ ਹੈ। ਖੜੋਤ ਮੇਰੇ ਖਿਆਲ 'ਚ ਦੂਜਾ ਨਾਂ ਹੈ। ਹਾਂ, ਮੌਤ ਦਾ। ਅਤੇ ਫਿਰ ਕੁਛ ਚੰਗੀਆਂ ਗੱਲਾਂ, ਚੰਗਾ ਸਾਹਿਤ ਜਿਹੜਾ ਲੋਕਾਂ ਨੂੰ ਆਪਾਂ ਦੱਸ ਸਕੀਏ ਕਿ ਆਹ ਚੀਜ਼ਾਂ ਬਹੁਤ ਜ਼ਰੂਰੀ ਹੈ। ਕਿਉਂਕਿ ਸਾਡੇ ਨਾ ਇੱਕ ਸਮੱਸਿਆ ਇਹ ਆ ਕਿ ਇੱਥੇ ਲੈ ਦੇ ਕੇ ਜਿਹੜੇ ਬਹੁਤ ਸਾਰੇ ਲੋਕ ਹੈ, ਜੇ ਸਾਹਿਤ ਦੀ ਆਪਾਂ ਗੱਲ ਕਰੀਏ ਤਾਂ ਨਰਿੰਦਰ ਕਪੂਰ ਤੱਕ ਹੀ ਪਹੁੰਚਦੇ। ਉਹ ਸਾਨੂੰ ਐਂ ਲੱਗਦਾ ਕਿ ਬਹੁਤ ਉਮਦਾ ਕਿਸਮ ਦੀਆਂ ਗੱਲਾਂ। ਠੀਕ ਹੈ ਕਿ ਸ਼ੁਰੂਆਤ ਦੇ ਵਾਸਤੇ ਉਹ ਚੰਗੀ ਚੀਜ਼ ਹੋਊਗੀ, ਅਤੇ ਜਿਵੇਂ ਹੁਣ ਗੁੜਤੀ ਹੈ ਕਿਸੇ ਚੀਜ਼ ਦੀ ਦਿੱਤੀ ਜਾਂਦੀ ਹੈ ਬੱਚੇ ਨੂੰ, ਪਰ ਇਹ ਹੈ ਕਿ ਉਦੋਂ ਗਾਂਹ ਬੜਾ ਕੁਛ ਹੁੰਦਾ ਹੈ ਨਾ। ਮੈਂ ਇੱਕ ਦਿਨ ਨਾ ਬੋਬੀ ਬਾਈ ਐਂ ਗੱਡੀ 'ਚ ਬੈਠਾ ਜਾਵਾਂ, ਹੈ ਨਾ, ਕੋਈ ਮੈਨੂੰ ਫੋਨ ਆ ਗਿਆ, ਮੈਂ ਕੋਈ ਗੱਲ ਕੀਤੀ, ਗਾਂਹ ਵਾਲਾ ਕਹਿੰਦਾ ਬੜੀ ਕਾਇਮ ਗੱਲ ਕੀਤੀ ਹੈ। ਮੈਂ ਉਦੋਂ ਥੋੜ੍ਹਾ ਜਿਹਾ ਗਾਹਾਂ ਤੋਂ ਕਹਿ ਬੈਠਾ ਹੈ ਨਾ ਕਿ 17 ਸੇ ਆਗੇ ਆਸਮਾਂ ਔਰ ਵੀ ਹੈ। ਇੱਕ ਬੰਦਾ ਸਿਰ ਜਾ ਖੁਰਕ ਕੇ ਕਹਿੰਦਾ ਯਾਰ ਬੰਦਾ ਤਾਂ ਉਹ ਵੀ ਗ੍ਰੇਟ ਹੋਊਗਾ ਜਿਹੜੇ ਨੇ ਇਹ ਗੱਲ ਦੇਖੀ। ਮੈਨੂੰ ਇਹ ਲੱਗਿਆ ਮੇਰੇ ਵਾਲੀ ਗੱਲ ਦਾ ਕੋਈ ਮਤਲਬ ਨਹੀਂ ਰਿਹਾ ਕਿ ਇਹ ਬੰਦਾ ਪਹੁੰਚਿਆ ਹੋਇਆ। ਉਹ ਕਹਿੰਦੇ ਨਾ, ਚਰਚਲ ਟੈਕਸੀ 'ਤੇ ਬੈਠਾ ਅਤੇ ਕਿਤੇ ਪਹੁੰਚਣਾ ਸੀ ਉਹਨੇ ਸਟੂਡੀਓ। ਟੈਕਸੀ ਵਾਲਾ ਕਹਿੰਦਾ ਜੀ ਮੈਂ, ਚਰਚਲ ਕਹਿੰਦਾ ਵੀ ਤੂੰ ਰੋਕ ਅਤੇ ਮੈਂ ਮੁੜਦਾ 10 ਕੁ ਮਿੰਟਾਂ ਨਹੀਂ। ਉਹ ਕਹਿੰਦਾ ਜੀ, ਉਹਨੂੰ ਪਤਾ ਨਹੀਂ ਜੀ ਇਹ ਚਰਚਲ ਹੈ। ਉਹ ਕਹਿੰਦਾ ਵੀ ਮੈਂ ਘਰੇ ਜਾਣਾ ਅਤੇ ਚਰਚਲ ਦਾ ਭਾਸ਼ਣ ਸੁਣਨਾ, ਅਤੇ ਉਹ ਬੜਾ ਖੁਸ਼ ਹੋਇਆ। ਉਹਨੇ $50 ਕੱਢੇ, ਪਾਉਂਡ। ਉਹ ਕਹਿੰਦਾ ਢੂਈ ਮਾਰ ਚਰਚਲ ਦੀ, ਤੂੰ ਆਪਾਂ ਗੱਲਾਂ ਕਰਦੇ। ਵੀ ਕਈ ਵਾਰੀ ਇਹ ਐਸਾ ਵੀ ਹੁੰਦਾ। ਗੱਲ ਤਾਂ ਇਹ ਵੀ ਹੈ। ਅਤੇ ਗੱਲ ਜਿਹੜੀ ਸ਼ਬਦ ਤੋਂ ਗਾਹਾਂ ਸੰਵਾਦ ਤੱਕ ਪਹੁੰਚਣੀ ਚਾਹੀਦੀ ਹੈ। ਬਹੁਤ ਸਾਰੀਆਂ ਗੱਲਾਂ ਮਨਫੀ ਹੋ ਜਾਂਦੀਆਂ। ਅਸੀਂ ਸੋਸ਼ਲ ਮੀਡੀਆ ਦੀਆਂ ਗੱਲਾਂ ਕਰਦੇ ਹਾਂ, ਤੁਹਾਡੇ ਵਰਗੇ ਲੋਕ ਆ ਜਿਹੜੇ ਉੱਥੇ ਸੁਹਿਰਦ ਨੇ, ਸੋਚਦੇ ਨੇ ਕਿ ਯਾਰ ਐਂ ਤਾਂ ਨਹੀਂ ਹੋਣਾ ਚਾਹੀਦਾ, ਪਰ ਇੱਥੇ ਕਿ ਹਰ ਗੱਲ ਨੂੰ ਅਸੀਂ ਬਾਤ ਦਾ ਬਤੰਗੜ ਬਣਾ ਕੇ ਕਲੇਸ਼ ਜਿਹਾ ਪਾਉਣ ਵਾਸਤੇ ਸੋਸ਼ਲ ਮੀਡੀਆ ਲੱਭ ਲਿਆ। ਜਿਹੜੇ ਵੇਲੇ ਸਾਡੇ ਵਰਗੇ ਬੰਦੇ ਇੱਕ ਦੂਜੇ ਨਾਲ ਜੁੜੇ ਸੀ, ਉਦੋਂ ਤਾਂ ਇਹ ਇੰਜੋਏ ਦਾ ਸਾਧਨ ਸੀ, ਰਿਲੇਸ਼ਨ ਦਾ ਸਾਧਨ। ਹਾਂ ਬਾਈ, ਇਹ ਤਾਂ ਫਰਕ ਜਦੋਂ ਚੀਜ਼ ਆਉਂਦੀ ਹੈ, ਹੈ ਨਾ, ਉਹਦੇ 'ਚ ਨੈਗੇਟਿਵਿਟੀ ਕੋਈ ਨਾ ਕੋਈ ਆਉਂਦੀ ਹੈ, ਤਾਂ ਦੇਖਣਾ ਪੈਂਦਾ ਵੀ ਆਪਾਂ ਉਹਦੇ 'ਚੋਂ ਕੀ ਐਕਸੈਪਟ ਕਰਦੇ ਹਾਂ, ਕੀ ਗ੍ਰਹਿਣ ਕਰਦੇ ਹਾਂ। ਨੈਗੇਟਿਵਿਟੀ ਨੂੰ ਛੱਡ ਦਿਓ, ਪੋਜ਼ੀਟਿਵਿਟੀ ਆਪਦਾ ਹੈਗਾ। ਬਲੋਕ ਮਾਰ ਦਿਓ ਜਿਹੜਾ ਤੁਹਾਨੂੰ ਜ਼ਿਆਦਾ ਦੁੱਖ ਦਿੰਦਾ, ਕਿਉਂਕਿ ਇਹ ਚੀਜ਼ਾਂ ਹੁੰਦੀਆਂ, ਤੁਸੀਂ ਇਹਨਾਂ ਤੋਂ ਸਿੱਖ ਕੇ ਐਡਵਾਂਸ ਹੋਵੋ। ਇਹਨਾਂ 'ਚ ਫਿਰ ਉਹ ਕਾਟੋ ਕਲੇਸ਼ ਥੋੜ੍ਹੀ ਹੁੰਦਾ, ਕਾਟੋ ਕਲੇਸ਼ ਵਾਸਤੇ ਨਹੀਂ ਇਹ ਚੀਜ਼ਾਂ। ਡਿਸੇਬਿਲਿਟੀ ਤੋਂ ਕੀ ਸਿੱਖਿਆ? ਜ਼ਿੰਦਗੀ ਦਾ ਯਾਰ ਦੂਜਾ ਨਜ਼ਰੀਆ ਜਿਹੜਾ ਮੈਂ ਆਪਾਂ ਇੱਕ ਏਬਲ ਬੋਡੀ ਬੰਦਾ ਸੋਚ ਵੀ ਨਹੀਂ ਸਕਦਾ ਗਿਆ। ਹੁਣ ਇੰਨੇ ਕੁ ਰੋਡ ਦਾ 2 ਇੰਚ ਦਾ ਬੰਦੇ ਨੇ, ਏਬਲ ਬੋਡੀ ਨੇ ਸਟੈਪ ਲੈ ਕੇ ਉੱਤੇ ਚੜ੍ਹ ਜਾਣਾ ਹੈ।
ਡਿਸੇਬਲਡ ਬੰਦੇ ਨੂੰ, ਵੀਲ ਚੇਅਰ ਵਾਲੇ ਨੂੰ, ਬਜ਼ੁਰਗ ਨੂੰ, ਕੇਨ ਵਾਲੇ ਨੂੰ, ਮਮਾ ਜਿਹੜੀਆਂ ਸਟੋਲਰ ਆਪਦਾ ਯੂਜ਼ ਕਰਦੀਆਂ ਉਹਨਾਂ ਵਾਸਤੇ ਉਹ ਬਹੁਤ ਚੈਲੰਜ ਹੈ। ਮੈਂ ਜਦੋਂ ਰੀਹੈਬ ਤੋਂ ਘਰੇ ਆਇਆ, ਮੇਰੇ ਲਈ ਸਭ ਤੋਂ ਵੱਡਾ ਚੈਲੰਜ ਸੀਗਾ ਲੀਜ਼ਰ ਸੈਂਟਰ, ਜਿੱਥੇ ਪੂਲ ਸੀਗਾ, ਮੈਂ ਨਹਾਉਣ ਜਾਂਦਾ ਸੀਗਾ। ਉਹਦਾ ਉਹ 'ਚ 3-4 ਚੀਜ਼ਾਂ ਸੀਗੀਆਂ। ਮੈਂ ਉਹਨਾਂ ਨੂੰ ਪੁੱਛਿਆ, ਕਹਿੰਦੇ ਜੀ ਸਾਡੇ ਕੋਲ ਫੰਡ ਨਹੀਂ ਗਾ। ਫਿਰ ਮੈਂ ਡੈਲੀਗੇਸ਼ਨ ਲੈ ਕੇ ਗਿਆ ਸਿਟੀ ਕਾਊਂਸਲ ਦੇ ਵਿੱਚ। ਜਦੋਂ ਮੈਂ ਡੈਲੀਗੇਸ਼ਨ ਲੈ ਕੇ ਗਿਆ ਤਾਂ ਇੱਕ ਨਿਊਜ਼ਪੇਪਰ ਦੀ ਬੈਠੀ ਸੀ ਲੇਡੀਜ਼ ਉੱਥੇ, ਉਹਨੇ ਮੇਰੇ ਤੁਹਾਡੇ ਵਾਂਗੂ ਇੰਟਰਵਿਊ ਕੀਤੀ। ਜਦੋਂ ਗੱਲ ਪੇਪਰ ਦੇ ਵਿੱਚ ਆ ਜੇ, ਪਬਲਿਕ ਨੂੰ ਪਤਾ ਲੱਗ ਜੇ, ਉਦੋਂ ਫਿਰ ਗੌਰਮੈਂਟ ਨੂੰ ਉੱਥੇ ਉਹਨੂੰ ਠੀਕ ਕਰਨਾ ਪੈਂਦਾ। ਉਹ ਵਿਦਨ ਉਹਨਾਂ ਨੇ 1 ਮਹੀਨੇ ਦੇ ਵਿੱਚ ਸਾਰੀਆਂ ਤਾਂ ਉਹ ਚੇਂਜਸ ਕਰਤੀਆਂ। ਫਿਰ ਮੈਂ ਉਹ ਮੇਅਰ ਨੂੰ ਕਿਹਾ ਵੀ, ਮੈਂ ਆਖਿਆ ਵੀ ਮੇਅਰ ਮੈਨੂੰ ਕਹਿੰਦਾ ਵੀ ਵੇਖ ਕੇ ਘੜੀ, ਕਹਿੰਦਾ ਮੈਂ ਤੈਨੂੰ 10 ਮਿੰਟ ਦਿੰਦਾ ਅਤੇ ਤੂੰ ਆਪਦੀ ਗੱਲ 10 ਮਿੰਟ 'ਚ ਖ਼ਤਮ ਕਰਨੀ ਹੈ। ਮੈਂ ਉਹਨੂੰ 2.5 ਮਿੰਟ 'ਚ ਗੱਲ ਨਿਬੇੜ ਕੇ ਮੈਂ ਕਿਹਾ ਜੀ ਮੈਂ ਦੱਸੂਗਾ, ਤੁਹਾਨੂੰ ਪਤਾ ਨਹੀਂ ਲੱਗਣਾ ਕਿ ਮੈਂ ਤੁਹਾਨੂੰ ਚਾਹੁੰਦਾ ਵੀ ਤੁਸੀਂ ਇੱਕ ਦਿਨ ਮੇਰੇ ਨਾਲ ਟੂਰ ਲਾਓ ਸ਼ਹਿਰ ਦਾ। ਉਹਨੇ ਮੇਰਾ ਐਕਸੈਪਟ ਕੀਤਾ ਹੀ ਇਹ। ਫਿਰ ਮੇਰੇ ਨਾਲ ਟੂਰ ਕੱਢਿਆ। ਮੈਂ ਦੱਸੇ ਜਿੰਨੇ ਬੱਸ ਸਟਾਪੇਜ ਐਕਸੈਸਿਬਲ ਨਹੀਂ ਸੀਗੇ, ਹੋਰ ਬਹੁਤ ਕੁਛ ਸੀਗਾ। ਅਤੇ ਬਸ ਉਹ ਕਹਿੰਦੇ ਹੁੰਦੇ ਨਾ ਵੀ ਪਿੰਜਰੇ ਨੂੰ ਹਿਲਾਉਣਾ ਪੈਂਦਾ ਥੋੜ੍ਹਾ ਜਿਹਾ ਉੱਥੇ, ਪਰ ਗੌਰਮੈਂਟਾਂ ਅੱਛੀਆਂ, ਉਹ ਠੀਕ ਕਰ ਦਿੰਦੀਆਂ। ਬਾਹਰ ਦੇ ਗੁਰੂ ਘਰਾਂ ਦੇ ਵਿੱਚ ਵੀ ਜਾਂ ਧਾਰਮਿਕ ਸਥਾਨ ਜਿਹੜੇ ਹੋਰ ਆ, ਉੱਥੇ ਵੀਲ ਚੇਅਰ ਵਗੈਰਾ ਦਾ ਬੰਦੋਬਸਤ ਹੁੰਦਾ। ਹੋਰ ਬਹੁਤ ਸਾਰੇ ਤਰ੍ਹਾਂ ਦੇ ਪ੍ਰਬੰਧ ਨੇ ਜਿਹਦਾ ਕਰਕੇ ਜਿਹਦੀ ਜਿੱਥੇ ਸ਼ਰਧਾ ਉੱਥੇ ਪਹੁੰਚ ਸਕਦਾ। ਇੱਕ ਪਾਸੇ ਬੋਬੀ ਬਰਾੜ ਸੀ, ਇਹਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਤਾ। ਰੋਕਤਾ ਓਸ਼ਨ ਨੂੰ ਵੀ ਦਿੱਤਾ ਸੀਗਾ ਉਹਨਾਂ ਨੇ। ਦਰਸ਼ਨ ਡਿਊਟੀ ਦੇ ਵਿੱਚ ਕਹਿੰਦੇ ਸੀਗੇ ਵੀ ਤੁਹਾਡਾ ਸਿਰ ਨੰਗਾ, ਇਹਨੂੰ ਢੱਕ ਕੇ ਜਾਓ। ਫਿਰ ਬਾਬੇ ਨਾਨਕ ਦੀ ਫਿਲਾਸਫੀ ਆਪਾਂ ਨੂੰ ਆ ਜਾਂਦੀ ਹੈ ਵੀ ਮੇਰੇ ਪੈਰ ਉੱਧਰ ਕਰ ਦਿਓ ਜਿੱਧਰ ਕਾਬਾ ਨਹੀਂ ਗਾ। ਗੱਲ ਤਾਂ ਉਹੀ ਹੈ। ਪਰ ਠੀਕ ਹੈ, ਉਹਨਾਂ ਦਾ ਆਪਦਾ। ਪਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕੋਆਪਰੇਟ ਕੀਤਾ ਥੋੜ੍ਹਾ ਜਿਹਾ। ਫਿਰ ਮੈਨੂੰ ਕਹਿੰਦੇ ਜੀ ਤੁਹਾਨੂੰ ਵੀਲ ਚੇਅਰ ਤਾਂ ਨਹੀਂ ਲਿਜਾਣ ਦਿੰਦੇ, ਜੇ ਤੁਹਾਨੂੰ ਬੰਦਾ ਕੋਈ ਉਠਾ ਕੇ ਲਿਜਾ ਸਕਦਾ ਤਾਂ। ਅਤੇ ਮੈਂ ਗਿਆ। ਉਸ ਤੋਂ ਬਾਅਦ ਹਜ਼ੂਰ ਸਾਹਿਬ ਜਿਹੜਾ ਉਹਨਾਂ ਦੇ ਨਾਲ ਛੋਟਾ ਜਿਹਾ ਗੁਰਦੁਆਰਾ, ਮੇਨ ਗੁਰਦੁਆਰੇ ਦੇ ਜੀ, ਉਹ ਮੈਂ ਅੰਦਰ ਮੱਥਾ ਟੇਕਣ ਗਿਆ ਅਤੇ 2 ਗ੍ਰੰਥੀ ਪਾਠ ਕਰ ਰਹੇ ਹੁੰਦੇ। ਉਹ ਇੱਕ ਨੇ ਬੜੇ ਗੁੱਸੇ ਨਾਲ ਮੈਨੂੰ ਝਾਕਿਆ ਅਤੇ ਕਹਿੰਦਾ, ਮੈਨੂੰ ਆਇਆ ਵੀ ਯਾਰ ਤੂੰ ਪਾਠ ਕਰ ਰਿਹਾ, ਵੀ ਤੇਰਾ ਧਿਆਨ ਪਾਠ ਵੱਲ ਹੀ ਹੋਣਾ ਚਾਹੀਦਾ, ਨਾ ਕਿ ਮੇਰੇ ਵੱਲ ਹੀ। ਅਤੇ ਹੁੰਦਾ ਬਾਈ ਚੈਲੰਜ ਤਾਂ ਹੈਗੇ ਇਹ, ਪਰ ਕੈਨੇਡਾ, ਅਮਰੀਕਾ 'ਚ ਉੱਥੇ ਅਲਾਓ ਹੈ, ਤੁਸੀਂ ਵੀਲ ਚੇਅਰ ਅੰਦਰ ਲਿਜਾ ਸਕਦੇ ਹੋ। ਜਦੋਂ ਤੁਸੀਂ ਧੋਈ ਲਈ ਇੱਕ ਵਾਰੀ, ਪੈਰ ਆਪਾਂ ਧੋ ਕੇ ਜਾਂਦੇ ਹਾਂ, ਐਵੇਂ ਵੀਲ ਚੇਅਰ ਦੇ ਟਾਇਰ ਜੋ ਕਿ ਧੋ ਲਏ, ਤਾਂ ਬਸ ਮੇਰੇ ਖਿਆਲ ਨਾਲ ਸੁੱਚੋ ਮੈਂ ਉੱਥੇ ਜਾਂ ਫਿਰ ਇਹ ਕਿ ਸਪੈਸ਼ਲ ਵੀਲ ਚੇਅਰ ਵੀ ਹੋ ਸਕਦੀ, ਜਾਂ ਸਪੈਸ਼ਲ ਹੋਵੇ ਹਾਂ ਉਹਨਾਂ ਲਈ। ਪਰ ਇਹ ਮੈਨੂੰ ਲੱਗਦਾ ਕਿ ਇਸ ਗੱਲ ਦੇ ਉੱਤੇ ਜ਼ਰੂਰ ਸਾਡੇ ਪੰਥ ਨੂੰ ਸੋਚਣਾ ਚਾਹੀਦਾ। ਕਿੰਤੂ ਪਰੰਤੂ ਦਾ ਅਸੀਂ ਬਥੇਰਾ ਕਰ ਲਾਂਗੇ ਇੱਥੇ। ਹਾਂ, ਇਹ ਛੋਟੀਆਂ ਗੱਲਾਂ ਹੈ ਜਿਹੜੀਆਂ ਵੀ ਤੁਸੀਂ ਇਹਨਾਂ ਦੇ ਨੋਟਿਸ ਲਿਆਓ, ਹੈ ਨਾ। ਅਤੇ ਆਉਣਗੀਆਂ ਸੌਂਦੇ ਹੁਣ ਆ ਰਹੀਆਂ ਚੇਂਜਸ ਅੱਗੇ ਨਾਲੋਂ। ਮੈਂ ਦੇਖਿਆ ਵੀ ਦਿੱਲੀ ਵਗੈਰਾ ਬੱਸਾਂ ਹਾਂ ਵੀਲ ਚੇਅਰ ਐਕਸੈਸਿਬਲ ਆ ਹੁਣ, ਅਤੇ ਚੇਂਜਸ ਆ ਰਹੀਆਂ ਜਿਵੇਂ ਇਹਨਾਂ ਨੂੰ ਪਤਾ ਲੱਗੇਗਾ। ਮੇਰੇ ਖਿਆਲ ਕੋਈ ਵੱਡੀ ਗੱਲ ਨਹੀਂ ਇਹ। ਇਹੋ ਜਿਹੇ ਜਿਹੜੇ ਕੋਈ ਵੀ ਆ ਜਾਂਦਾ, ਡਿਸੇਬਲ ਪਰਸਨ ਆ ਜਾਂਦਾ, ਉਹਦੇ ਨਾਲ ਲੋਕ ਸਿੰਪਥੀ ਤਾਂ ਦਿਖਾਉਂਦੇ ਆ, ਸਹਿਯੋਗ ਨਹੀਂ ਕਰਦੇ। ਬਾਬਾ ਇਹ ਸਾਡੀ ਤਰਾਸਦੀ ਹੈ। ਇਹ ਬੰਦਾ ਜਦੋਂ ਮਾੜੀ ਜੀ ਕੋਈ ਸੱਟ ਲੱਗ ਜਾਂਦੀ ਹੈ, ਜੋ ਪਬਲਿਕ ਵਿੱਚ ਆਉਣਾ ਵੀ ਚਾਹੁੰਦਾ ਨਾ, ਅਤੇ ਸਾਡਾ ਰਿਵਿਊ ਕੀ ਹੁੰਦਾ ਯਾਰ, ਉਹ ਟੁੰਡਿਆ ਤੇਰੇ ਤੋਂ ਘਰੇ ਨਹੀਂ ਬੈਠਿਆ ਜਾਂਦਾ। ਅਸੀਂ 10 ਚੋਂ 6 ਬੰਦੇ ਇਹੋ ਜਿਹਾ ਕੌਮੈਂਟ ਕਰਨ ਵਾਲੇ ਹੁੰਦੇ ਆ। ਇਸ ਲਈ ਉਹ ਬੰਦਾ ਡਿਪਰੈਸ਼ਨ 'ਚ ਵੀ ਜਾ ਸਕਦਾ ਉਹ ਨਾ, ਇਸ ਲਈ ਉਹ ਦੁਨੀਆ ਨਾਲੋਂ ਕੱਟ ਆਊਟ ਹੋ ਜਾਂਦਾ। ਉਹ ਚਾਹੀਦਾ ਕੀ ਹੈ ਫਿਰ? ਚਾਹੀਦਾ ਵੀ ਉਹ ਆਪਦੀ ਵਿਲ ਪਾਵਰ ਕਾਇਮ ਰੱਖੇ, ਅਤੇ ਜਿਵੇਂ ਆਪਦੀ ਜ਼ਿੰਦਗੀ ਜਿਉਂਦਾ ਰਿਹਾ ਪਹਿਲਾਂ ਉਹ, ਕਿਉਂਕਿ ਹਰੇਕ ਬੰਦੇ 'ਚ ਕੋਈ ਨਾ ਕੋਈ ਖੂਬੀ ਹੁੰਦੀ ਹੈ, ਅਤੇ ਉਹ ਆਪਦੇ ਆਪ ਨੂੰ ਪਛਾਣੇ ਪਹਿਲਾਂ, ਅਤੇ ਜ਼ਿੰਦਗੀ ਨੋਰਮਲ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰੇ। ਅਸੰਭਵ ਕੁਛ ਵੀ ਨਹੀਂ ਸੁਖਨੈਬ, ਐਵਰੀਥਿੰਗ ਇਜ਼ ਪੋਸੀਬਲ, ਹੈ ਨਾ। ਅਤੇ ਬਾਕੀ ਇਹ ਵੀ ਪ੍ਰਮਾਤਮਾ ਇੱਕ ਦਰਵਾਜ਼ਾ ਬੰਦ ਕਰਦਾ ਤਾਂ 10 ਦਰਵਾਜ਼ੇ ਤੁਹਾਡੇ ਵਾਸਤੇ ਖੋਲ੍ਹ ਦਿੰਦਾ। ਪਰ ਕਈ ਵਾਰੀ ਐਂ ਹੁੰਦਾ ਨਾ ਕਿ ਜਿਹਦੀ ਝਾਕ ਸੀ ਹਮੇਸ਼ਾ ਲਈ ਬੰਦ ਹੋ ਗਿਆ, ਅਸੀਂ ਨਵੇਂ ਦਰਾਂ ਖੁੱਲ੍ਹਿਆਂ ਨੂੰ ਕੀ ਕਰੀਏ। ਹਾਂ, ਨਹੀਂ ਫਿਰ ਐਨਰਜੀ ਕਦੇ ਡਾਈ ਨਹੀਂ ਹੁੰਦੀ ਗੀ, ਇਹ ਆਪਦਾ ਰੂਪ ਡਾਇਵਰਟ ਕਰ ਲੈਂਦੀ ਹੈ, ਪਰ ਇਹ ਮਰਦੀ ਕਦੇ ਵੀ ਨਹੀਂ ਗੀ। ਤੁਹਾਡੇ ਅੰਦਰ ਜਿਹੜੀ ਅੱਗ ਹੈ ਨਾ, ਉਹ ਐਨਰਜੀ ਹੈ, ਅਤੇ ਇਹਨੂੰ ਉਹਦਾ ਰੂਪ ਦਿਓ ਕੋਈ ਵੀ।
ਇਹ ਜੋ ਸਾਨੂੰ ਅੱਗ ਰਾਖਵੀਂ ਦੇ ਚਲੇ। ਹਾਂ। ਤੇ ਬੋਬੀ ਬਾਈ ਅਗਲੀ ਗੱਲ ਜਿਵੇਂ ਨਾ ਹਾਲਾਤ ਦੀ ਹੈ, ਇਹਦੇ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਤੇ ਅਸਲੀ ਇਨਸਾਨ ਦੀ ਕਹਾਣੀ ਮੇਰੇ ਯਾਦ ਹੈ ਕਿ ਜਦੋਂ ਆਪਾਂ ਪਹਿਲੀ ਵਾਰ ਮਿਲੇ ਹਾਂਜੀ ਸੀ, ਹਾਂਜੀ ਉਹ ਹਾਂਜੀ ਕਿਤਾਬ ਮੈਂ ਤੁਹਾਨੂੰ ਦਿੱਤੀ ਹਾਂਜੀ ਸੀ, ਹਾਂਜੀ ਮੈਨੂੰ ਲੱਗਦਾ ਸ਼ਾਇਦ ਪਹਿਲਾਂ ਵੀ ਪੜ੍ਹੀ ਹੋਵੇ। ਪੜ੍ਹੀ ਵੀ ਸੀਗੀ, ਤੇ ਹਾਂਜੀ। ਇਹ ਜ਼ਰੂਰੀ ਵੀ ਹੈ ਆਪਾਂ, ਕਿਉਂਕਿ ਇਸ ਗੱਲਬਾਤ ਦੇ ਜ਼ਰੀਏ ਆਪਾਂ ਸੁਨੇਹਾ ਵੀ ਇਹੀ ਦੇਣ ਦਾ ਯਤਨ ਕਰਨਾ ਕਿ ਇਹੋ ਜਿਹੀਆਂ ਕਿਤਾਬਾਂ ਵੀ ਸਾਨੂੰ ਹੱਲਾਸ਼ੇਰੀ ਦਿੰਦੀਆਂ। ਬਹੁਤ ਬਾਈ, ਸਾਹਿਤ ਜੇ ਤੁਸੀਂ ਪੜ੍ਹਦੇ ਹੋ, ਅੱਛਾ ਸਾਹਿਤ ਪੜ੍ਹਦੇ ਹੋ ਤੇ ਤੁਹਾਡਾ ਤੁਸੀਂ ਉਹ ਇੰਪਲੀਮੈਂਟ ਕਰਦੇ ਹੋ, ਉਹਦੇ ਤੇ ਅਮਲ ਕਰਦੇ ਹੋ ਤੇ ਬਹੁਤ ਕੁਝ ਸਿਖਾਉਂਦੀਆਂ ਤੁਹਾਨੂੰ ਇਹ। ਬਿਨਾਂ ਸ਼ੱਕ ਆਪਾਂ ਥੋੜ੍ਹਾ ਜਿਹਾ ਅਸਲੀ ਇਨਸਾਨ ਦੀ ਕਹਾਣੀ ਦੇ ਉੱਤੇ ਵੀ ਦੱਸ ਦਈਏ, ਕਿਉਂਕਿ ਸਾਰਿਆਂ ਨੇ ਕਿਤਾਬਾਂ ਨਹੀਂ ਪੜ੍ਹੀਆਂ ਹੁੰਦੀਆਂ ਤੇ ਪੜ੍ਹਨਾ ਹਰੇਕ ਦੇ ਵੱਸ ਦੀ ਗੱਲ ਵੀ ਨਹੀਂ। ਹਾਂਜੀ। ਤੇ ਅਸਲੀ ਇਨਸਾਨ ਦੀ ਕਹਾਣੀ ਬੋਰਿਸ ਪਲੇਵਈ ਦੀ ਲਿਖੀ ਹੋਈ ਹੈ, ਔਰ ਰਸ਼ੀਅਨ ਰਾਈਟਰ ਸੀ ਉਹ, ਹਾਂਜੀ ਜਰਨਲਿਸਟ ਸੀਗਾ ਉਹ। ਜੰਗ ਦੇ ਵਾਸਤੇ ਉਹਨੇ ਕਵਰ ਕੀਤਾ, ਸ਼ਾਇਦ ਸੈਕੰਡ ਵਰਲਡ ਵਾਰ ਸੀ, ਤੇ ਇੱਕ ਫੌਜੀ ਦੀ ਕਹਾਣੀ ਸੀ। ਟਾਈਮ ਲੱਗਿਆ 6 ਸਾਲ ਲੱਗੇ ਉਹਨੂੰ, ਪਰ ਅਖੀਰ ਦੇ ਉੱਤੇ ਨੇ ਜੈਟ ਚਲਾਇਆ। ਅਸਲੀ ਇਨਸਾਨ ਦੀ ਕਹਾਣੀ, ਉਹਦੇ ਟਰੂ ਕਹਾਣੀ ਹੈ ਉਹ। ਬਿਲਕੁਲ। ਸੋ ਇਹੋ ਜਿਹੀਆਂ ਚੀਜ਼ਾਂ ਹੀ ਹੱਲਾਸ਼ੇਰੀ ਦਿੰਦੀਆਂ। ਬਥੇਰਾ ਕੁਛ ਆ। ਫਿਰ ਮੈਂ ਜੋ ਸੋਸ਼ਲ ਮੀਡੀਆ 'ਤੇ ਗੱਲ ਕਰਦਾ ਕਿ ਅਸੀਂ ਨਕਾਰਾਤਮਕ ਵਿਚਾਰਾਂ ਦੇ ਨਾਲ ਬਹੁਤ ਭਰੇ ਹਾਂ, ਪਰ ਦੁਨੀਆ ਦੇ ਵਿੱਚ ਪੋਜ਼ਿਟਿਵ ਵੀ ਬੜਾ ਕੁਛ ਪਿਆ। ਬਹੁਤ ਕੁਛ। ਗਲਾਸ ਕਿਸੇ ਨੂੰ ਖਾਲੀ ਦਿਸਦਾ ਤੇ ਕਿਸੇ ਨੂੰ ਭਰਿਆ ਦਿਸਦਾ। ਇੱਕ ਮੈਂ ਸੁਖਨਾਬ ਜ਼ਿੰਦਗੀ ਦੇ ਵਿੱਚ ਨਾ ਸਿੱਖਿਆ, ਜਦੋਂ ਮੇਰਾ ਐਕਸੀਡੈਂਟ ਹੁੰਦਾ ਮੈਨੂੰ ਇੰਟਿਊਸ਼ਨਸ ਮਿਲਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਅੱਛਾ। ਪਰ ਮੈਂ ਉਸ ਤੋਂ ਬਾਅਦ ਇਹ ਸਿੱਖਿਆ ਵੀ ਜਦੋਂ ਕੋਈ ਨੈਗੇਟਿਵ ਚੀਜ਼ ਤੁਹਾਡੇ ਖਿਆਲ ਮਨ 'ਚ ਆਉਂਦਾ ਨਾ, ਉਹਨੂੰ ਤੁਸੀਂ ਸਿਰ ਨੂੰ ਝਟਕਾ ਦਿਓ। ਹਾਂ ਬਿਲਕੁਲ ਸਹੀ ਹੈ। ਕਿਉਂਕਿ ਇਹ ਨੈਗੇਟਿਵ ਖਿਆਲ ਨਾ ਇੱਕ ਬੀਜ ਦੀ ਤਰ੍ਹਾਂ ਆਉਂਦਾ ਹੈ। ਜਦੋਂ ਤੁਸੀਂ ਉਹਨੂੰ ਗਰਾਊਂਡ ਦੇ ਦਿੰਦੇ ਹੋ, ਸੋਲ ਦੇ ਦਿੰਦੇ ਹੋ, ਫਿਰ ਉਹ ਵੱਧਦਾ ਜਾਂਦਾ ਹੈ। ਜਿਹੜਾ ਤੁਸੀਂ ਅੱਜ ਸੋਚਿਆ ਨਾ, ਉਹਨੂੰ ਹੋ ਸਕਦਾ 2 ਸਾਲ ਲੱਗ ਜਾਣ, ਪਰ ਉਹ ਸਾਰਾ ਦਰਖਤ ਵਾਂਗੂ ਹੌਲੀ ਹੌਲੀ ਬੀਜ ਤੋਂ ਦਰਖਤ ਬਣਦਾ। ਕਦੇ ਵੀ ਨੈਗੇਟਿਵਿਟੀ ਆਪਦੇ ਮਨ 'ਚ ਨਾ ਆਉਣ ਦਿਓ। ਕੋਈ ਵੀ ਆਉਂਦਾ ਖਿਆਲ ਝਟਕਾ ਦਿਓ। ਤੇ ਬੋਬੇ ਇੱਕ ਚੀਜ਼ ਹੋਰ, ਜਿਵੇਂ ਕੁਦਰਤ ਦੀ ਗੱਲ ਕਰਦੇ ਹਾਂ ਕਿ ਕੁਦਰਤ ਨੇ ਨਾ ਕਈ ਚੀਜ਼ਾਂ ਮੌਕਾ ਮੇਲ ਬਣਾ ਕੇ ਜਾਂ ਉਹ ਕਰਨੀਆਂ ਹੀ ਹੁੰਦੀਆਂ, ਚਾਹੇ ਉਹ ਨੈਗੇਟਿਵ ਨੇ ਜਾਂ ਪੋਜ਼ਿਟਿਵ ਨੇ। ਤੁਸੀਂ ਉਹ ਤੋਂ ਲੱਖ ਖਹਿੜਾ ਛਡਾਉਣ ਦਾ ਯਤਨ ਕਰੋ ਤੇ ਕੁਦਰਤ ਕਿਤੇ ਨਾ ਕਿਤੇ ਇਹੋ ਜਿਹਾ ਮੌਕਾ ਮੇਲ ਬਣਾ ਦਿੰਦੀ ਹੈ ਕਿ ਕੁਝ ਘਟਨਾਵਾਂ ਹੋ ਕੇ ਹੀ ਰਹਿੰਦੀਆਂ, ਹੁਣ ਚੰਗੀਆਂ ਜਾਂ ਮਾੜੀਆਂ ਉਹ ਅੱਡ ਗੱਲ ਹੈ। ਇਹ ਤਾਂ ਬਾਈ ਜੋ ਹੋਣਾ ਉਹ ਤਾਂ ਹੋ ਕੇ ਰਹਿੰਦਾ, ਪਰ ਕੁਛ ਕੁ ਗੱਲਾਂ ਹੈਗੀਆਂ ਵੀ ਤੁਸੀਂ ਨਾ ਬਹੁਤਾ ਨੁਕਸਾਨ ਹੋਣ ਤੋਂ ਤੁਹਾਡਾ ਬਚਾਅ ਹੋ ਜਾਂਦਾ। ਵੀ ਨੁਕਸਾਨ ਹੋਣਾ ਹੁੰਦਾ, ਪਰ ਉਹ ਕਹਿੰਦੇ ਹੁੰਦੇ ਨਾ ਵੀ ਸੂਲੀ ਤੋਂ ਸੂਲ ਬਣ ਜਾਂਦਾ। ਇਹ ਹੈ ਜ਼ਰੂਰ ਹੈ। ਮੈਂ ਨਾ ਕੱਲ੍ਹ ਹੀ ਕਿਤਾਬ ਪੜ੍ਹ ਰਿਹਾ ਸੀ, ਮੁਹੱਬਤਨਾਮਾ, ਪੜ੍ਹਨ ਵਾਲੀ ਕਿਤਾਬ ਹੈ। ਦੁਨੀਆ ਦੇ ਪ੍ਰਸਿੱਧ ਲੇਖਕਾਂ ਦੇ ਇਸ਼ਕ ਦੇ ਕਿੱਸੇ ਨੇ, ਕਾਫੀ ਕੁਛ ਹੋਰ ਵੀ ਆ ਉਹਦੇ 'ਚ, ਬੜੀਆਂ ਉਸਾਰੂ ਗੱਲਾਂ। ਤੇ ਉਹਦੇ 'ਚ ਇੱਕ ਵੱਡੇ ਲੇਖਕ ਦੇ ਬਾਰੇ ਇਹ ਲਿਖਿਆ ਕਿ ਉਹਨੂੰ ਸਜ਼ਾ ਹੋਈ ਸੀ ਸੂਲੀ ਦੀ। ਅੱਛਾ। ਫਾਂਸੀ ਤੇ ਲਾਉਣਾ ਸੀ। ਅੱਛਾ। ਦੂਜੀ ਲਾਈਨ 'ਚ ਖੜਾ ਸੀ, ਪਹਿਲੀ ਲਾਈਨ ਦੇ 3 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋ ਗਈ। ਜ਼ਾਰ ਦੇ ਸਮੇਂ ਦੀਆਂ ਗੱਲਾਂ ਨੇ, ਰਸ਼ੀਆ ਦੀ ਹੈ। ਅੱਛਾ। ਤੇ ਉਦੋਂ ਬਾਅਦ ਸੁਨੇਹਾ ਆ ਜਾਂਦਾ ਹੈ ਬਾਦਸ਼ਾਹ ਦਾ, ਤੇ ਵੀ ਆਹ ਜਿਹੜੇ ਬੰਦੇ ਆ ਨਾ, ਇਹਨਾਂ ਨੂੰ 5 ਸਾਲ ਦੇ ਵਾਸਤੇ ਜਲਾਵਤਨ ਕਰ ਦਿੱਤਾ ਜਾਵੇ। ਅੱਛਾ। ਸੂਲੀ ਤੋਂ ਸੂਲ ਬਣ ਗਈ। ਹਾਂ, ਉਹ ਬੰਦਾ ਦੁਨੀਆ ਦਾ ਮਹਾਨ ਲੇਖਕ ਸੀ। ਹਾਂਜੀ ਹਾਂਜੀ। ਇਹ ਕਿਵੇਂ ਸੁਖਨੈਬ ਇੱਕ ਹੋਰ ਹੈ ਸਟੋਰੀ। ਸੈਨਾਪਤੀ ਬਹੁਤ ਤਗੜਾ ਸੀਗਾ, ਬੜੀਆਂ ਜੰਗਾਂ ਜਿੱਤੀਆਂ ਉਹਨੇ ਰਾਜੇ ਵਾਸਤੇ। ਰਾਜੇ ਦਾ ਕਿਤੇ ਡਿਸਪਿਊਟ ਹੋ ਗਿਆ ਤੇ ਉਹਨੇ ਮੌਤ ਦੀ ਸਜ਼ਾ ਸੁਣਾਤੀ। ਉੱਥੇ ਰੂਲ ਸੀਗਾ ਵੀ ਸਜ਼ਾ ਦੇਣ ਤੋਂ 1 ਦਿਨ ਪਹਿਲਾਂ ਰਾਜੇ ਨੇ ਮਿਲਣਾ ਹੁੰਦਾ, ਜਿਹਨੂੰ ਮੌਤ ਦੀ ਸਜ਼ਾ ਹੈ। ਉਹ ਜਾਂਦਾ ਘੋੜੇ ਦੇ ਉੱਤੇ ਤੇ ਸੈਨਾਪਤੀ ਵੇਖ ਕੇ ਰੋਣ ਲੱਗ ਪੈਂਦਾ। ਉਹ ਕਹਿੰਦਾ ਯਾਰ ਤੂੰ ਏਡਾ ਬਹਾਦਰ ਸੈਨਾਪਤੀ, ਮੈਂ ਤੇਰੇ ਤੋਂ ਉਮੀਦ ਨਹੀਂ ਰੱਖਦਾ ਵੀ ਤੂੰ ਰੋਏਂਗਾ। ਉਹ ਕਹਿੰਦਾ ਮੈਂ ਆਪਦੀ ਮੌਤ ਤੋਂ ਡਰ ਕੇ ਨਹੀਂ ਰੋ ਰਿਹਾ ਜੀ, ਮੈਂ ਰੋ ਰਿਹਾ ਵੀ ਮੈਂ ਇੱਕ ਸਿੱਖਿਆ ਸਿੱਖੀ ਸੀ ਘੋੜੇ ਨੂੰ ਉਡਾਉਣ ਦੀ, ਪਰ ਮੈਨੂੰ ਉਹ ਨਸਲ ਦਾ ਘੋੜਾ ਨਹੀਂ ਮਿਲ ਰਿਹਾ ਸੀ। ਤੇ ਅੱਜ ਜੋ ਤੁਸੀਂ ਜਿਹੜੇ ਘੋੜੇ ਤੇ ਆਏ ਹੋ, ਇਹ ਉਹ ਘੋੜਾ ਹੈ ਜਿਹਨੂੰ ਮੈਂ ਉਡਾਉਣਾ ਸਿਖਾ ਸਕਦਾ। ਰਾਜੇ ਨੇ ਕਿਹਾ ਵੀ ਇਹ 1 ਸਾਲ ਦੀ ਗੱਲ ਆ, ਇਹਨੂੰ 1 ਸਾਲ ਮੌਕਾ ਦਿੰਦੇ ਆ। ਉਹ ਕਹਿੰਦਾ ਵੀ ਚਲੋ ਇਹਨੂੰ ਛੱਡੋ, ਘੋੜਾ ਇਹਦੇ ਸਪੁਰਦ ਕਰੋ। ਉਹ ਜਦੋਂ ਘਰੇ ਪਹੁੰਚਿਆ ਤੇ ਘਰ ਦੇ ਰੋਣ ਵਰਲਾਉਣ ਹੋਰ ਲੱਗ ਪਏ ਵੀ ਕਿੱਥੇ ਤਾਂ ਅੱਜ ਤੈਨੂੰ ਅਸੀਂ ਰੋ ਕੇ ਚੁੱਪ ਕਰ ਜਾਣਾ ਸੀ, ਹੁਣ 1 ਸਾਲ ਅਸੀਂ ਕੱਢਾਂਗੇ, ਇੱਕ ਦਿਨ ਇੱਕ ਪਲ ਪਲ ਮਰਨਾ ਪਊਗਾ। ਸੁਖਨੈਬ ਹੁੰਦਾ ਕਿ 1 ਸਾਲ ਦੇ ਵਿੱਚ ਨਾ ਤਾਂ ਰਾਜਾ ਰਹਿੰਦਾ, ਨਾ ਘੋੜਾ ਰਹਿੰਦਾ, ਨਾ ਉਹ ਸੈਨਾਪਤੀ ਰਹਿੰਦਾ। ਵੀ ਜ਼ਿੰਦਗੀ ਦੇ ਵਿੱਚ ਨਾ ਮੌਕਾ ਸੰਭਾਲ ਲਓ ਤੁਸੀਂ, ਕੱਲ੍ਹ ਨੂੰ ਕੀ ਹੋਣਾ ਕੱਲ੍ਹ ਦੀ ਕੱਲ੍ਹ ਨੂੰ ਦੇਖਾਂਗੇ। ਸਹੀ ਗੱਲ ਹੈ। ਫਿਰ ਤਾਂ ਹੀ ਤਾਂ ਫਰਮਾਇਆ ਕਿਸ ਨੇ ਕਿ ਕੱਲ੍ਹ ਸੁਬਾਹ ਨੂੰ ਯਾਰ ਪਤਾ ਨਹੀਂ ਕੀ। ਹਾਂ। ਤੇ ਫਿਰ ਤੁਸੀਂ ਕੱਲ੍ਹ ਨੂੰ ਕਿਵੇਂ ਦੇਖਦੇ ਹੋ? ਕੱਲ੍ਹ ਜਦੋਂ ਆਏਗਾ ਉਦੋਂ ਦੇਖਾਂਗੇ। ਉਦੋਂ ਦੇਖਾਂਗੇ।
Yeah. ਬਾਈ ਜੀ ਸਪਿਰਚੁਅਲਿਟੀ ਦੇ ਉੱਤੇ ਗੱਲ ਥੋੜੀ ਬਹੁਤ ਕਰ ਲਈਏ ਕਿਉਂਕਿ ਤੁਸੀਂ ਉਸ ਪਾਸੇ ਨੂੰ ਤੁਰੇ ਹੋ ਜੁੜੇ ਹੋ। ਸਿਕਸ ਸੈਂਸ ਦੀ ਗੱਲ ਅਕਸਰ ਆਉਂਦੀ ਹੈ ਕਿ ਸਾਨੂੰ ਕੁਛ ਨਾ ਕੁਛ ਪਤਾ ਲੱਗ ਜਾਂਦਾ ਹੈ। ਇਕਾਗਰਤਾ, ਮੈਡੀਟੇਸ਼ਨ, ਕਈ Yeah, ਚੀਜ਼ਾਂ ਨੇ। yeah. ਕਿੰਨੀਆਂ ਕੁ ਲਾਜ਼ਮੀ ਆ ਜ਼ਿੰਦਗੀ 'ਚ? ਬਹੁਤ ਜ਼ਿਆਦਾ ਬਾਬਾ, ਬਹੁਤ ਜ਼ਿਆਦਾ। ਮੈਂ ਗੱਲਾਂ ਕਰਦਾ ਹੁੰਦਾ, ਮੈਡੀਟੇਸ਼ਨ ਤਾਂ ਇੱਕ ਨਾ ਸਬਜੈਕਟ ਹੋਣਾ ਚਾਹੀਦਾ ਸਕੂਲ ਦੇ ਵਿੱਚ। ਜਿਹੜਾ ਪਹਿਲਾ ਪੀਰੀਅਡ ਹੈ ਉਹ ਮੈਡੀਟੇਸ਼ਨ ਦਾ ਹੋਣਾ ਚਾਹੀਦਾ, ਕਿਉਂਕਿ ਬੱਚਾ 5-4 ਵਜੇ ਸਕੂਲ ਤੋਂ ਲੈ ਕੇ ਅਗਲੇ ਦਿਨ 8 ਵਜੇ ਤੱਕ ਜਦੋਂ ਜਿਹੜੀ ਬਾਹਰਲੀ ਦੁਨੀਆ ਨਾਲ ਰਹਿੰਦਾ ਹੈ ਨਾ, ਅਸੀਂ ਜਦੋਂ ਹੁੰਦੇ ਸੀ ਛੋਟੇ, ਪਹਿਲੇ 15-20 ਮਿੰਟ ਉਹ ਰਾਤ ਫਿਲਮ ਦੇਖੀ ਸੀ, ਉਹ ਧਰਮਿੰਦਰ ਨੇ ਉਹ ਵੇਖ ਮਾਰਿਆ ਸੀ, ਉਹਦੇ ਘਸੁੰਨ ਮਾਰਿਆ। ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ। ਉਹ ਟੀਚਰ ਪੜ੍ਹਾ ਰਿਹਾ ਹੁੰਦਾ, ਸਮਝ ਨਹੀਂ ਆ ਰਹੀ। ਜੇ ਉਹੀ ਅੱਧਾ ਘੰਟਾ ਮੈਡੀਟੇਸ਼ਨ ਲਈ ਦਿੱਤਾ ਜਾਵੇ, ਬੰਦਾ ਟੋਟਲੀ ਫ੍ਰੀ ਹੋ ਜਾਵੇ, ਉਦੋਂ ਬਾਅਦ ਜੋ ਟੀਚਰ ਪੜ੍ਹਾਊਗਾ ਉਹ ਮੇਰਾ ਖਿਆਲ ਹੈ ਵੀ ਇਕੱਲੀ ਇਕੱਲੀ ਗੱਲ ਸਮਝ ਆਊਗੀ। ਬਿਨਾਂ ਸ਼ੱਕ ਮੈਨੂੰ ਲੱਗਦਾ ਜਿਬਰਿਸ਼ ਬਹੁਤ ਲਾਜ਼ਮੀ ਹੋਣੀ ਚਾਹੀਦੀ ਹੈ। ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਅੰਦਰ ਇੰਨਾ ਕੁਛ ਚੱਲ ਰਿਹਾ ਸਾਡੇ ਨਾਲ, ਰਿਚਨ ਤਾਂ ਜ਼ਰੂਰੀ ਹੈ ਕਰਨਾ। ਬਿਲਕੁਲ। ਹੋਰ ਕੀ ਕਹਿਣਾ ਚਾਹੋਗੇ? ਹੋਰ ਜ਼ਿੰਦਾਬਾਦ ਦੋਸਤੋ। ਜ਼ਿੰਦਗੀ ਨੂੰ ਇੱਕ ਮੌਕਾ ਮਿਲਿਆ ਜਿਉਣ ਦਾ, ਬਸ ਇਹਨੂੰ ਜਿਉਵੋ, ਹੋਰ ਕੁਛ ਨਹੀਂ, ਬਸ ਇਹਨੂੰ ਜਿਉਵੋ, ਭਰਪੂਰਤਾ ਨਾਲ ਜਿਉਵੋ, ਬਿਨਾਂ ਕਿਸੇ ਦੀ ਪਰਵਾਹ ਕੀਤੇ ਤੋਂ ਵੀ ਉਹ ਕੀ ਸੋਚਦਾ ਹੋਊਗਾ। ਮੇਰਾ ਕੋਈ ਕਿਸੇ ਬਾਰੇ ਕੁਛ ਨਹੀਂ ਸੋਚ ਰਿਹਾ, ਅਤੇ ਸੋਚ ਕੇ ਕੁਛ ਕਰ ਵੀ